You are listening to the online streaming service from Emmanuel Church, Handsworth, Birmingham, UK. ਗੁੱਡ ਮਾਰਨਿੰਗ। ਤੁਹਾਡਾ ਇਸ ਆਨਲਾਈਨ ਸਟ੍ਰੀਮਿੰਗ ਮੀਟਿੰਗ ਦੇ ਵਿੱਚ ਹਿੱਸਾ ਲੈਣ ਅਸੀਂ ਇਮੈਨੂਅਲ ਚਰਚ ਹੈਂਡਸਵਰਥ ਵੱਲੋਂ ਨਿੱਘਾ ਸਵਾਗਤ ਕਰਦੇ ਹਾਂ। ਆਓ ਇਸ ਮੀਟਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਆਇਤ ਪੜ੍ਹਾਂਗਾ। ਇਬਰਾਨੀਆਂ 4 ਉਹਦੀ 16ਵੀਂ ਆਇਤ। ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ, ਭਾਈ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। ਅਸੀਂ ਜਾਣਦੇ ਹਾਂ ਕਿ ਇੱਕ ਵਿਸ਼ਵਾਸੀ ਹੁੰਦੇ ਹੋਏ ਇਨਸਾਨ ਕਦੇ ਵੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਆ ਸਕਦਾ। ਇਹ ਪਰਮੇਸ਼ਵਰ ਦੀ ਬਹੁਤ ਵੱਡੀ ਕਿਰਪਾ ਸਾਡੇ 'ਤੇ ਹੋਈ ਕਿ ਉਹਨੇ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਸਾਡੇ ਵਿੱਚ ਇੱਕ ਬ੍ਰਿਜ ਸਾਨੂੰ ਦਿੱਤਾ ਤਾਂ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਹੁੰਦੇ ਹੋਏ ਅਸੀਂ ਪਰਮੇਸ਼ਵਰ ਪਿਤਾ ਦੇ ਸਿੰਘਾਸਨ ਦੇ ਅੱਗੇ ਆ ਸਕਦੇ ਹਾਂ। ਅਤੇ ਅਸੀਂ ਜਾਣਦੇ ਹਾਂ ਕਿ ਸਾਡੇ ਕੋਈ ਵੀ ਕੰਮ, ਸਾਡੇ ਕੋਈ ਵੀ ਅਜਿਹੇ ਸਾਡੇ ਐਫਰਟ ਸਾਨੂੰ ਪਰਮੇਸ਼ਵਰ ਕੋਲ ਨਹੀਂ ਲਿਆ ਸਕਦੇ। ਸਿਰਫ ਉਸ ਦੀ ਦਇਆ ਜੋ ਸਾਡੇ 'ਤੇ ਹੁੰਦੀ ਆ, ਉਸ ਦੇ ਦੁਆਰਾ ਹੀ ਅਸੀਂ ਪਰਮੇਸ਼ਵਰ ਦੇ ਕੋਲ ਅਸੀਂ ਆ ਸਕਦੇ ਹਾਂ। ਅਤੇ ਆਓ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਮੀਟਿੰਗ ਨੂੰ ਅੱਗੇ ਵੱਧਦੇ ਹਾਂ। ਅਸੀਂ ਇਸ ਮੀਟਿੰਗ ਦੇ ਪਹਿਲੇ ਗੀਤ ਵੱਲ ਚੱਲਦੇ ਹਾਂ, ਜਿਹੜਾ ਕਿ ਹੁਣ ਸਕਰੀਨ 'ਤੇ ਆਵੇਗਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਘਰਾਂ 'ਚ ਬੈਠੇ ਸਾਡੇ ਨਾਲ ਇਹ ਗੀਤ ਗਾਓ, ਸਾਡੇ ਨਾਲ ਤੁਸੀਂ ਮਨੋਂ ਜੁੜੋ। But
ਆਓ ਹੁਣ ਪ੍ਰਾਰਥਨਾ ਵਿੱਚ ਆਈਏ। ਸਵਰਗੀ ਪਿਤਾ ਜਲਾਲੀ ਪਰਮੇਸ਼ਵਰ, ਪ੍ਰਭੂ ਜੀ, ਅਸੀਂ ਜਾਣਦੇ ਹਾਂ ਕਿ ਸਾਡੇ ਕੋਈ ਵੀ ਅਜਿਹੇ ਕੰਮ ਦੇ ਦੁਆਰਾ ਅਸੀਂ ਤੁਹਾਡੇ ਕੋਲ ਨਹੀਂ ਆ ਸਕਦੇ। ਕੋਈ ਵੀ ਪ੍ਰਭੂ ਜੀ ਸਾਡੀ ਸੇਵਾ ਅਜਿਹੀ ਨਹੀਂ, ਕੋਈ ਵੀ ਅਜਿਹੀ ਧਰਮ ਦੀ ਸੇਵਾ ਨਹੀਂ ਪ੍ਰਭੂ ਜੀ, ਜਿਸੇ ਅਸੀਂ ਮਨਾਂ ਵਿੱਚ ਸੋਚ ਕੇ ਤੁਹਾਡੇ ਕੋਲ ਆ ਸਕਦੇ ਹਾਂ। ਸਿਰਫ ਤੁਹਾਡੀ ਦਇਆ ਜੋ ਸਾਡੇ 'ਤੇ ਪ੍ਰਭੂ ਜੀ ਹੁਣ ਦੀ ਅਸੀਂ ਤੁਹਾਡੇ ਅੱਗੇ ਆਈਏ, ਜੋ ਕਿ ਸਾਡੇ ਤੁਸੀਂ ਕਿਰਪਾ ਕੀਤੀ ਆ ਪ੍ਰਭੂ ਯਿਸੂ ਮਸੀਹ ਦੇ ਵਿੱਚ, ਤਾਂ ਕਿ ਪ੍ਰਭੂ ਜੀ ਅਸੀਂ ਜਾਣਦੇ ਹਾਂ ਉਹਦੀ ਮੁਕਤੀ ਦੇ ਦੁਆਰਾ ਹੀ ਅਸੀਂ ਪ੍ਰਭੂ ਜੀ ਬਚਾਏ ਜਾਂਦੇ ਹਾਂ। ਦਇਆ ਕਰੋ ਪ੍ਰਭੂ ਜੀ, ਜਦੋਂ ਅਸੀਂ ਹੁਣ ਇਸ ਮੀਟਿੰਗ ਵਿੱਚ ਪ੍ਰਭੂ ਜੀ ਆਉਂਦੇ ਹਾਂ, ਸਾਡੇ ਤੁਸੀਂ ਮਨਾਂ ਨੂੰ ਅਤੇ ਦਿਲਾਂ ਨੂੰ ਪ੍ਰਭੂ ਜੀ ਸਾਨੂੰ ਪਰਖਣ 'ਚ ਸਾਡੀ ਮਦਦ ਕਰੋ, ਤਾਂ ਕਿ ਅਸੀਂ ਪ੍ਰਭੂ ਜੀ ਬੀਤੇ ਹਫ਼ਤੇ ਜਿੱਥੇ ਜਿੱਥੇ ਪ੍ਰਭੂ ਜੀ ਅਸੀਂ ਜਾਣੇ ਅਣਜਾਣੇ ਪ੍ਰਭੂ ਜੀ ਅਸੀਂ ਤੁਹਾਡੇ ਸਟੈਂਡਰਡ 'ਤੇ ਨਹੀਂ ਪ੍ਰਭੂ ਜੀ ਆਪਣਾ ਜੀਵਨ ਬਿਤਾਇਆ, ਸਾਨੂੰ ਮਾਫ਼ ਕਰੋ ਪ੍ਰਭੂ ਜੀ। ਅਤੇ ਪ੍ਰਾਰਥਨਾ ਕਰਦਾ ਪ੍ਰਭੂ ਜੀ ਹੁਣ ਜੋ ਵੀ ਸਮਾਂ ਇਸ ਮੀਟਿੰਗ ਵਿੱਚ ਗੁਜ਼ਾਰਨਾ ਪ੍ਰਭੂ ਜੀ ਸਾਡੇ ਨਾਲ ਹੋ, ਤੁਸੀਂ ਜੋ ਵੀ ਬਚਨ ਸਾਡੇ ਵਾਸਤੇ ਤੁਸੀਂ ਲੈ ਕੇ ਆਉਣਾ ਪ੍ਰਭੂ ਜੀ, ਉਹ ਪ੍ਰਭੂ ਜੀ ਅਸੀਂ ਉਸ ਨੂੰ ਸੁਣੀਏ, ਸਾਨੂੰ ਕੰਨ ਦਿਓ ਪ੍ਰਭੂ ਜੀ ਸੁਣਨ ਵਾਲੇ। ਪ੍ਰਾਰਥਨਾ ਕਰਦਾ ਪਿਤਾ ਜੀ, ਇਹ ਜੋ ਸਮਾਂ ਚੱਲ ਰਿਹਾ ਹੈ ਕਰੋਨਾ ਵਾਇਰਸ ਦਾ ਪ੍ਰਭੂ ਜੀ, ਇਹ ਸਾਡੀ ਪ੍ਰਾਰਥਨਾ ਪ੍ਰਭੂ ਜੀ ਕਿ ਜਿਸ ਤਰ੍ਹਾਂ ਹੁਣ ਲੋਕਡਾਊਨ ਤੋਂ ਲੋਕ ਬਾਹਰ ਆ ਰਹੇ ਆ, ਹੁਣ ਥੋੜ੍ਹਾ ਜਿਹਾ ਈਜ਼ੀ ਤਾਂ ਹੋ ਰਿਹਾ, ਪਰ ਸਾਡਾ ਡਰ ਆ, ਲੋਕਾਂ ਦੇ ਮਨਾਂ 'ਚ ਡਰ ਆ ਕਿ ਦੂਜੀ ਸਪਾਈਕ ਨਾ ਆਵੇ ਪ੍ਰਭੂ ਜੀ। ਅਸੀਂ ਇਸ ਕੰਸਰਨ ਨੂੰ ਤੁਹਾਡੇ ਲੱਗੇ ਲੈ ਕੇ ਆਉਣੇ, ਸਾਨੂੰ ਤੁਸੀਂ ਪ੍ਰਭੂ ਜੀ ਇਸ ਜਿਹੜੀ ਮਹਾਂਮਾਰੀ ਤੋਂ ਤੁਸੀਂ ਬਚਾਓ ਪ੍ਰਭੂ ਜੀ। ਬਾਕੀ ਪ੍ਰਭੂ ਜੀ ਤੁਹਾਡੀ ਮਰਜ਼ੀ ਪੂਰੀ ਹੋਵੇ ਸਾਡੀਆਂ ਜ਼ਿੰਦਗੀਆਂ ਵਿੱਚ ਪਿਤਾ ਪਰਮੇਸ਼ਵਰ। ਬਹੁਤ ਸਾਰੇ ਪ੍ਰਭੂ ਜੀ ਮੁਲਕ ਇਸ ਬਿਮਾਰੀ ਦੇ ਸ਼ਿਕੰਜੇ ਵਿੱਚ ਆ, ਜਿਸ ਤਰ੍ਹਾਂ ਇੰਡੀਆ 'ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਪ੍ਰਭੂ ਜੀ, ਉੱਥੇ ਲੋਕਾਂ ਨੂੰ ਪ੍ਰਭੂ ਜੀ ਜਾਨਾਂ ਵੀ ਜਾ ਰਹੀਆਂ ਬਹੁਤ ਸਾਰੀਆਂ ਪ੍ਰਭੂ ਜੀ। ਇਹ ਸਾਡੀ ਪ੍ਰਾਰਥਨਾ ਕਿ ਪ੍ਰਭੂ ਜੀ ਲੋਕਾਂ ਦੇ ਨਾਲ ਹੋਵੇ ਪ੍ਰਭੂ ਜੀ। ਇਹ ਇੱਕ ਅਜਿਹਾ ਸਮਾਂ ਹੋਵੇ ਕਿ ਲੋਕ ਜਾਣਨ ਕਿ ਉਹਨਾਂ ਨੂੰ ਵੀ ਇੱਕ ਮੁਕਤੀ ਦੀ ਲੋੜ ਆ, ਉਹਨਾਂ ਨੂੰ ਵੀ ਤੁਹਾਡੇ ਨਾਲ ਇੱਕ ਰਿਲੇਸ਼ਨਸ਼ਿਪ ਦੀ ਲੋੜ ਆ ਪ੍ਰਭੂ ਜੀ, ਜੋ ਕਿ ਸਿਰਫ ਅਸੀਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਸੀਂ ਤੁਹਾਡੇ ਕੋਲ ਆ ਸਕਦੇ ਹਾਂ। ਬਾਕੀ ਪ੍ਰਭੂ ਜੀ ਹੁਣ ਜਿਹੜੀਆਂ ਮੰਡਲੀ ਦੀਆਂ ਜਿਹੜੀਆਂ ਜ਼ਰੂਰਤਾਂ ਤੁਹਾਨੂੰ ਉਹ ਅੱਗੇ ਲੈ ਕੇ ਆਉਂਦੇ ਹਾਂ, ਅਸੀਂ ਜੋ ਬਿਮਾਰ ਆ ਪ੍ਰਭੂ ਜੀ, ਖਾਸ ਕਰਕੇ ਐਰਨ ਵਾਸਤੇ ਉਸ ਤਰ੍ਹਾਂ ਲੀਵਰ ਟਰਾਂਸਪਲਾਂਟ ਹੋਇਆ ਉਹਨੂੰ ਪ੍ਰਭੂ ਜੀ, ਕਰੋਨਾ ਵਾਇਰਸ ਵੀ ਸੀ, ਉਹਦੇ ਸਰੀਰ 'ਚ ਬਹੁਤ ਸਾਰੀਆਂ ਦਰਦਾਂ ਵੀ ਹੋ ਰਹੀਆਂ ਪ੍ਰਭੂ ਜੀ। ਪ੍ਰਾਰਥਨਾ ਸਾਡੀ ਉਹਨੂੰ ਤੁਸੀਂ ਸ਼ਿਫਾ ਦਿਓ। ਮਦਨ ਪੋਲ ਦੀ ਡਾਟਰ ਪ੍ਰੀਤੀ ਅਤੇ ਉਹਨਾਂ ਦੇ ਹਸਬੈਂਡ ਵਿਨੀਤ ਜੋ ਹੁਣ ਹੌਸਪੀਟਲ ਇਸ ਸਮੇਂ ਕਰੋਨਾ ਵਾਇਰਸ ਕਰਕੇ ਪ੍ਰਭੂ ਜੀ, ਸਾਡੀ ਪ੍ਰਾਰਥਨਾ ਉਹਨਾਂ ਨੂੰ ਤੁਸੀਂ ਸ਼ਿਫਾ ਦਿਓ। ਪ੍ਰਿਆ ਦੀ ਫਰੈਂਡ ਅਰੂ ਆ, ਉਹਦੇ ਫਾਦਰ ਤੇ ਬਦਲ ਲਓ, ਉਹਨਾਂ ਨੂੰ ਵੀ ਪ੍ਰਭੂ ਜੀ ਕਰੋਨਾ ਵਾਇਰਸ ਪੋਜ਼ੀਟਿਵ ਆਏ ਆ ਪ੍ਰਭੂ ਜੀ। ਪ੍ਰਾਰਥਨਾ ਕਰਦਾ ਉਹਨੇ ਰਿਕਵਰੀ ਵਾਸਤੇ, ਖਾਸ ਕਰਕੇ ਪ੍ਰਭੂ ਜੀ ਉਹਨਾਂ ਦੀ ਸਾਲਵੇਸ਼ਨ ਵਾਸਤੇ ਅਸੀਂ ਪ੍ਰਾਰਥਨਾ ਕਰਦੇ ਹਾਂ। ਬਾਕੀ ਪ੍ਰਭੂ ਜੀ ਇਹ ਸਾਡੀ ਪ੍ਰਾਰਥਨਾ ਕਿ ਜੋ ਵੀ ਪ੍ਰਭੂ ਜੀ ਸਾਡੇ ਕੀ ਵਰਕਸ ਆ ਇਸ ਚਰਚ ਦੇ ਜਾਂ ਇਸ ਪ੍ਰਭੂ ਜੀ ਮੁਲਕ ਦੇ, ਜੋ ਇਸ ਪ੍ਰਭੂ ਜੀ ਅੱਗੇ ਹੋ ਕੇ ਇਹ ਸਮਾਂ ਪ੍ਰਭੂ ਜੀ ਉਹ ਸਾਡੀ ਹੈਲਪ ਕਰਦੇ, ਅਸੀਂ ਕਿਸ ਤਰ੍ਹਾਂ ਮੀਟਿੰਗਾਂ ਨਾਲ ਜੁੜੀਏ। ਬਾਕੀ NHS ਵਰਕਰਸ ਵਾਸਤੇ ਪ੍ਰਾਰਥਨਾ ਕਰਦਾ, ਡਾਕਟਰ ਨਰਸਾਂ ਵਾਸਤੇ, ਪੁਲਿਸਮੈਨਸ ਵਾਸਤੇ ਪ੍ਰਭੂ ਜੀ, ਉਹਨਾਂ ਤੁਸੀਂ ਆਪਣੀ ਬੁੱਧ ਦਿਓ ਪਿਤਾ ਪਰਮੇਸ਼ਵਰ। ਇਹ ਸਾਰਾ ਕੁਛ ਮੈਂ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦਾ ਹਾਂ, ਆਮੀਨ। ਆਓ ਹੁਣ ਨੋਟਿਸਿਸ ਵੱਲ ਚੱਲਦੇ ਹਾਂ, ਜੋ ਇਸ ਹਫ਼ਤੇ ਦੇ ਆਉਣ ਵਾਲੇ ਨੋਟਿਸਿਸ ਹਨ। ਅੱਜ ਸ਼ਾਮ ਦੀ ਮੀਟਿੰਗ ਹੋਵੇਗੀ 5 ਵਜੇ, ਜਿਹੜੀ ਕਿ ਅਸੀਂ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤੀ ਆ। ਇਹ ਅਸੀਂ ਇੱਕ ਛੋਟੇ ਛੋਟੇ ਸਟੈਪ ਅਸੀਂ ਲੈ ਰਹੇ ਹਾਂ, ਕਿਉਂਕਿ ਜਿਸ ਤਰ੍ਹਾਂ ਲੋਕਡਾਊਨ 'ਚੋਂ ਬਾਹਰ ਆ ਰਹੇ ਹਾਂ ਆਪਾਂ। ਇਹ ਇੱਕ ਛੋਟੀ ਜਿਹੀ ਮੀਟਿੰਗ ਆ, ਸ਼ਾਮ ਨੂੰ 5 ਵਜੇ ਸਿਰਫ 1 ਘੰਟੇ ਵਾਸਤੇ ਅਸੀਂ ਔਰਗਨਾਈਜ਼ ਕੀਤੀ ਹੈਗੀ ਆ। ਅਤੇ ਮੇਰੀ ਗੁਜ਼ਾਰਿਸ਼ ਹੈ ਤੁਸੀਂ ਸਾਰੇ ਇਸ ਮੀਟਿੰਗ 'ਚ ਆਓ, ਹਿੱਸਾ ਲਵੋ। ਅਤੇ ਸਾਨੂੰ ਥੋੜ੍ਹਾ ਧਿਆਨ ਰੱਖਣਾ ਪੈਣਾ ਇਸ ਜਦੋਂ ਅਸੀਂ ਚਰਚ ਵਿੱਚ ਆਉਣਾ 5 ਵਜੇ, ਕਿਉਂਕਿ ਕਈ ਜਿਹੜੀਆਂ ਗੌਰਮੈਂਟ ਦੀਆਂ ਹਦਾਇਤਾਂ ਸਾਨੂੰ ਉਹਨਾਂ ਦਾ ਧਿਆਨ ਰੱਖਣਾ ਪੈਣਾ। ਅਤੇ ਖਾਸ ਕਰਕੇ ਫਿਰ ਜਿਹੜੇ ਗੌਰਮੈਂਟ ਅਲਾਉਡ ਕਰਦੀ ਹੈ ਤੁਸੀਂ ਆਓ ਚਰਚ, ਸਿਰਫ ਤੁਸੀਂ ਕਿਰਪਾ ਕਰਕੇ ਤੁਸੀਂ ਚਰਚ ਆਓ ਸ਼ਾਮੀ ਜ਼ਰੂਰ। ਸਾਨੂੰ ਗੌਰਮੈਂਟ ਦੇ ਕਈ ਰੂਲਸ ਦੇਖਣੇ ਪੈਣੇ ਕਿ ਸਾਨੂੰ ਜਿਹੜੀ ਇੱਥੇ ਤੁਸੀਂ ਆਉਣਾ ਸੋਸ਼ਲ ਡਿਸਟੈਂਸਿੰਗ ਜਿਹੜੀ ਹੋਣੀ ਚਾਹੀਦੀ ਆ। ਬਾਕੀ ਇੱਥੇ ਪ੍ਰੋਟੈਕਸ਼ਨ ਜਿਹੜੀ ਆ ਦਿੱਤੀ ਹੈਗੀ ਆ, ਪਰ ਖਾਸ ਕਰਕੇ ਤੁਸੀਂ ਜਦੋਂ ਤੁਸੀਂ ਆਉਣਾ ਇੱਥੇ ਪਹਿਲਾਂ ਹੀ ਤੁਸੀਂ ਹੱਥ ਧੋ ਕੇ ਆਵੋ, ਤਾਂ ਕਿ ਸਫਾਈ ਦਾ ਅਸੀਂ ਆਪ ਹੀ ਧਿਆਨ ਰੱਖੀਏ। ਜਦੋਂ ਅਸੀਂ ਆਉਣਾ ਇੱਥੇ ਚਰਚ, ਥੋੜ੍ਹਾ ਟਾਈਮ ਤੁਸੀਂ ਕੋਸ਼ਿਸ਼ ਕਰੋ ਕਿ ਪਹਿਲਾਂ ਆਵੋ 5 ਵਜੇ ਤੋਂ, ਕਿਉਂਕਿ ਇੱਥੇ ਕਈ ਅਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਡਾ ਰਿਕਾਰਡ ਲਿਆ ਜਾਊਗਾ ਵੀ ਕੌਣ ਚਰਚ ਆਇਆ ਜਾਂ ਕੌਣ ਚਰਚ ਗਿਆ। ਇਸ ਕਰਕੇ ਥੋੜ੍ਹਾ ਟਾਈਮ ਲੱਗਦਾ ਵਾ, ਤੁਹਾਨੂੰ ਦੱਸਿਆ ਜਾਊਗਾ ਤੁਸੀਂ ਕਿੱਥੇ ਬਹਿਣਾ। ਇਹ ਕਈ ਗੱਲਾਂ ਜਦੋਂ ਅਸੀਂ ਪਹਿਲਾਂ ਮਿਲਦੇ ਹੁੰਦੇ ਸੀ ਉਹ ਉੱਦਾਂ ਨਹੀਂ ਹੈਗਾ, ਥੋੜ੍ਹਾ ਫਰਕ ਅਸੀਂ ਦੇਖਾਂਗੇ ਜਦੋਂ ਅਸੀਂ ਚਰਚ ਵਿੱਚ ਆਉਂਦੇ ਹਾਂ,
ਕਿਉਂਕਿ ਅਸੀਂ ਜਾਣਦੇ ਕਿ ਸਾਨੂੰ ਹੁਣ ਜਿਹੜੀਆਂ ਗੌਰਮੈਂਟ ਦੀਆਂ ਹਦਾਇਤਾਂ ਉਹਨਾਂ ਦਾ ਬਹੁਤ ਖਾਸ ਕਰਕੇ ਸਾਨੂੰ ਧਿਆਨ ਰੱਖਣਾ ਪੈਣਾ। ਚਿਲਡਰਨ ਬੱਚੇ ਆ ਸਕਦੇ ਆ, ਪਰ ਜੇਕਰ ਉਹਨਾਂ ਨੇ ਇਸ ਮੀਟਿੰਗ 'ਚ ਬਹਿਣਾ ਹੋਵੇ, ਜੇਕਰ ਤੁਸੀਂ ਸੋਚਦੇ ਕਿ ਬੱਚੇ ਨੱਠਣ ਭੱਜਣ, ਕਿਰਪਾ ਕਰਕੇ ਫਿਰ ਬੱਚੇ ਨਾ ਆਉਣ। ਬਾਕੀ ਗੌਰਮੈਂਟ ਦੇ ਅਸੂਲ ਜਿਹੜੇ ਰੂਲਸ ਨੇ ਕੱਢੇ ਹੋਏ ਕਿ ਜਿਹੜੇ ਓਵਰ 70s ਆ, ਜਿਹੜੇ ਜਿਹਨਾਂ ਨੂੰ ਕੋਈ ਅੰਡਰਲਾਈਨਸ ਪ੍ਰੋਬਲਮ ਆ, ਕਿਰਪਾ ਕਰਕੇ ਉਹ ਨਾ ਆਉਣ। ਉਹ ਬਾਕੀ ਜਿਸ ਤਰ੍ਹਾਂ ਦੇਖਦੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਹੈਗੀਆਂ, ਇਸ ਕਰਕੇ ਇਹ ਜਿਹੜੀ ਸ਼ਾਮ ਦੀ ਮੀਟਿੰਗ 1 ਘੰਟੇ ਵਾਸਤੇ ਹੋਵੇਗੀ। ਪਰ ਅਸੀਂ ਔਨਲਾਈਨ ਜਿਹੜੀ ਮੀਟਿੰਗ ਇਹ 11 ਵਜੇ ਅਸੀਂ ਇੱਦਾਂ ਹੀ ਚਾਲੂ ਰੱਖਾਂਗੇ ਜਦ ਤੱਕ ਅਸੀਂ ਨੋਰਮਲ ਨਹੀਂ ਹੋ ਜਾਂਦੇ। ਅਤੇ ਮੰਗਲਵਾਰ ਵਾਲੇ ਦਿਨ ਪ੍ਰੇਅਰ ਮੀਟਿੰਗ ਹੋਵੇਗੀ ਜਿਹੜੇ ਪੰਜਾਬੀ ਸਪੀਕਰਸ ਵਾਸਤੇ, ਅਤੇ ਬੁੱਧਵਾਰ ਹੋਵੇਗੀ 7 ਵਜੇ ਇੰਗਲਿਸ਼ ਸਪੀਕਰਸ ਵਾਸਤੇ। ਸੰਡੇ ਸਕੂਲ ਇਸ ਹਫ਼ਤੇ ਨਹੀਂ ਹੋਵੇਗਾ, ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਮੈਸੇਜਸ ਭੇਜੇ ਸੀਗੇ, ਕਿਉਂਕਿ 1 ਮਹੀਨੇ ਵਾਸਤੇ ਇਹ ਬੰਦ ਕੀਤਾ ਜਾਊਗਾ ਸੰਡੇ ਸਕੂਲ। ਸੋ ਇਸ ਹਫ਼ਤੇ ਸੰਡੇ ਸਕੂਲ ਨਹੀਂ ਹੋਵੇਗਾ। ਅਤੇ ਫਿਰ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ 11 ਵਜੇ ਸਵੇਰੇ ਅਸੀਂ ਇੱਥੇ ਇੱਦਾਂ ਹੀ ਔਨਲਾਈਨ ਸਟ੍ਰੀਮਿੰਗ ਮੀਟਿੰਗ ਵਿੱਚ ਆਵਾਂਗੇ, ਅਤੇ ਸ਼ਾਮੀ 5 ਵਜੇ ਜਿਹੜੀ ਚਰਚ ਵਿੱਚ ਹੋਵੇਗੀ। ਆਓ ਹੁਣ ਮੈਂ ਬਾਈਬਲ ਜਿਹੜਾ ਅੱਜ ਪ੍ਰਚਾਰ ਕੀਤਾ ਜਾਊਗਾ ਉਹ ਪੜ੍ਹੂੰਗਾ। ਮੈਂ ਰੋਮੀਆਂ ਦੀ ਕਿਤਾਬ, ਉਹਦਾ 12ਵਾਂ ਅਧਿਆਏ, ਉਹਦੀ 17 ਤੋਂ 21 ਆਇਤ ਤੱਕ। ਬੁਰਾਈਆਂ ਦੇ ਵੱਟੇ ਕਿਸੇ ਨਾਲ ਬੁਰਾਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖ ਦੇ ਭਾਣੇ ਚੰਗੀਆਂ ਹਨ, ਉਹਨਾਂ ਦਾ ਧਿਆਨ ਰੱਖੋ। ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। ਹੇ ਪਿਆਰਿਓ, ਆਪਣਾ ਬਦਲਾ ਨਾ ਲਓ, ਪਰ ਕ੍ਰੋਧ ਨੂੰ ਜਾਣੋ, ਕਿਉਂ ਜੋ ਲਿਖਿਆ ਹੋਇਆ ਹੈ, ਪ੍ਰਭੂ ਆਖਦਾ ਹੈ, ਭਾਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਵਾਂਗਾ। ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹਨੂੰ ਖਵਾ, ਜੇ ਧਿਆਇਆ ਹੋਵੇ ਤਾਂ ਉਹਨੂੰ ਪਿਆ, ਕਿਉਂ ਜੋ ਇਹ ਕਰਕੇ ਤੂੰ ਉਹਦੇ ਸਿਰ ਉਤੋਂ ਅੱਗ ਦੇ ਅੰਗਾਰਿਆਂ ਦਾ ਢੇਰ ਲਾਵੇਂਗਾ। ਬੁਰਾਈ ਤੋਂ ਨਾ ਹਾਰ, ਸਗੋਂ ਭਲਾਈ ਨਾਲ ਬੁਰਾਈ ਨੂੰ ਜਿੱਤ ਲੈ। ਆਮੀਨ। ਹਾਂ, ਹੁਣ ਅਗਲੇ ਗੀਤ ਵੱਲ ਚੱਲਦੇ ਹਾਂ, ਜਿਹੜਾ ਹੁਣ ਸਕਰੀਨ 'ਤੇ ਆਵੇਗਾ। ਅਤੇ ਜਿਸ ਤਰ੍ਹਾਂ ਅਸੀਂ ਗੀਤ ਗਾਉਂਦੇ ਨੇ ਘਰਾਂ ਬੈਠ ਕੇ, ਕਿਰਪਾ ਕਰਕੇ ਤੁਸੀਂ ਸਾਡੇ ਨਾਲ ਇਹ ਗੀਤ ਗਾਓ, ਜੁੜੋ। Privilege and close to all.
These days, there is a massive emphasis on being healthy physically. ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਜੋ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਇਹ ਚੀਜ਼ 'ਤੇ ਬੜਾ ਜ਼ੋਰ ਦਿੱਤਾ ਜਾ ਰਿਹਾ। We are told that it's important for us to eat 5 items or 7 items of fruit and veg, and also to walk 10,000 steps every day. ਔਰ ਸਾਨੂੰ ਕਿਹਾ ਗਿਆ ਕਿ 5 ਜਾਂ ਜਿਹੜੇ 7 ਆ ਉਹ ਜਿਹੜੀਆਂ ਸਬਜ਼ੀਆਂ ਜਾਂ ਜਿਹੜੇ ਫਲ ਆ ਸਾਨੂੰ ਖਾਣੇ ਚਾਹੀਦੇ ਆ। 10,000 ਜਿਹੜੇ ਆ ਸਾਨੂੰ ਕਦਮ ਚੱਲਣਾ ਚਾਹੀਦਾ ਆ। Walking is important because the car has made us lazy and there is a lot of obesity in society. ਜਿਹੜਾ ਤੁਰਨਾ ਆ ਸਿਹਤ ਵਾਸਤੇ ਬੜਾ ਅੱਛਾ ਆ। ਕਾਰਾਂ ਨੇ ਸਾਨੂੰ ਬਹੁਤ ਆਲਸੀ ਬਣਾ ਦਿੱਤਾ ਆ। ਉਹਦੇ ਨਾਲ ਜਿਹੜਾ ਮੋਟਾਪਾ ਆ ਜਿਹੜੇ ਸਾਡੇ ਭਾਰ ਆ ਵੱਧ ਜਾਂਦੇ ਆ। There are weight watching clubs, there are special diets. ਬਹੁਤ ਸਾਰੇ ਜਿਹੜੇ ਕਲੱਬਸ ਹੈਗੇ ਆ ਉਹ ਦੱਸਦੇ ਆ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਭਾਰ ਦਾ ਖਿਆਲ ਰੱਖਣਾ ਆ ਜਾਂ ਜਿਹੜੇ ਖਾਣੇ ਆ ਡਾਈਟ ਕਿਹੜੀ ਤੁਸੀਂ ਯੂਜ਼ ਕਰਨੀ ਆ। In the light of the pandemic, we are told that we need to get fitter so that we are able to fight the virus if we should catch it. ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਵਾਇਰਸ ਦਾ ਸਮਾਂ ਚੱਲ ਰਿਹਾ ਔਰ ਉਹਨਾਂ ਨੇ ਇਹੀ ਕਿਹਾ ਕਿ ਅਗਰ ਤੁਸੀਂ ਚੰਗੇ ਸਿਹਤ ਵਿੱਚ ਆ ਤੇ ਜਿਹੜੀ ਤੁਹਾਡੀ ਸਿਹਤ ਆ ਫਿਰ ਉਹ ਵਾਇਰਸ ਨਾਲ ਲੜ ਸਕਦੀ ਹੈ। Lots of people are eating vitamin D tablets and vitamin C tablets to boost their immune system so that they could fight the virus if they catch it. ਬਹੁਤ ਸਾਰੇ ਲੋਕ ਜਿਹੜੇ ਉਹ ਵਿਟਾਮਿਨ ਸੀ ਜਾਂ ਡੀ ਲੈ ਰਹੇ ਆ ਤਾਂ ਕਿ ਜਿਹੜਾ ਉਹਨਾਂ ਦਾ ਇਮਿਊਨ ਸਿਸਟਮ ਆ ਉਹ ਮਜ਼ਬੂਤ ਹੋਵੇ ਤੇ ਉਹ ਵਾਇਰਸ ਨਾਲ ਲੜ ਸਕਣ। If there is such a massive emphasis on being physically fit, should there not be an even more emphasis on being spiritually fit as believers? ਜੇ ਇੰਨਾ ਜ਼ੋਰ ਦਿੱਤਾ ਜਾ ਰਿਹਾ ਕਿ ਸਰੀਰਕ ਤੌਰ 'ਤੇ ਸਾਨੂੰ ਕਿੰਨੇ ਮਜ਼ਬੂਤ ਔਰ ਤੰਦਰੁਸਤ ਰਹਿਣਾ ਚਾਹੀਦਾ ਆ, ਫਿਰ ਜਿਹੜਾ ਆਤਮਿਕ ਤੌਰ 'ਤੇ ਉਹ ਸਾਨੂੰ ਕਿੰਨਾ ਜ਼ਰੂਰੀ ਆ ਇਸ ਤੋਂ ਵੱਧ ਕੇ ਕਿ ਅਸੀਂ ਖਿਆਲ ਰੱਖੀਏ ਕਿ ਆਤਮਿਕ ਤੌਰ 'ਤੇ ਵੀ ਅਸੀਂ ਤੰਦਰੁਸਤ ਹੋਈਏ। Because this body will eventually die, but our spirits will live forever. ਕਿਉਂਕਿ ਜਿਹੜਾ ਸਰੀਰ ਆ ਸਾਡਾ ਇਹਨੇ ਤਾਂ ਇੱਕ ਦਿਨ ਖਤਮ ਹੋ ਜਾਣਾ ਆ ਕਿਸੇ ਨਾ ਕਿਸੇ ਟਾਈਮ 'ਤੇ, ਪਰ ਜਿਹੜਾ ਸਾਡਾ ਆਤਮਿਕ ਜੀਵਨ ਆ ਉਹ ਹਮੇਸ਼ਾ ਵਾਸਤੇ ਚੱਲਦਾ ਆ। Therefore, it's important that we are healthy spiritually as believers. ਔਰ ਇਸ ਕਰਕੇ ਜ਼ਰੂਰੀ ਆ ਕਿ ਮਸੀਹੀ ਲੋਕ ਹੁੰਦੇ ਹੋਏ ਸਾਨੂੰ ਆਤਮਿਕ ਤੌਰ 'ਤੇ ਤੰਦਰੁਸਤ ਹੋਣਾ ਚਾਹੀਦਾ ਆ। Last week we looked at the subject of depression, what it is, what are the causes, what is the cure. ਪਿਛਲੇ ਹਫਤੇ ਦੇਖਿਆ ਸੀਗਾ ਕਿ ਜਿਹੜੀ ਉਦਾਸੀ ਨਿਰਾਸ਼ਾ ਕਿਸ ਤਰ੍ਹਾਂ ਆ ਜਾਂਦੀ ਆ ਔਰ ਸਾਨੂੰ ਕਿਸ ਤਰ੍ਹਾਂ ਉਹ ਤੋਂ ਸਾਵਧਾਨ ਹੋਣਾ ਚਾਹੀਦਾ ਜਾਂ ਕਿਸ ਤਰ੍ਹਾਂ ਅਸੀਂ ਉਹ ਤੋਂ ਤੰਦਰੁਸਤੀ ਪਾ ਸਕਦੇ ਹਾਂ। But to keep ourselves from getting depressed, it's important that we take preventative measures. ਔਰ ਇਸ ਹਾਲਤ ਦੇ ਵਿੱਚ ਉਦਾਸੀ ਨਿਰਾਸ਼ਾ ਦੇ ਜਾਣ ਤੋਂ ਪਹਿਲਾਂ ਸਾਨੂੰ ਜ਼ਰੂਰੀ ਆ ਕਿ ਅਸੀਂ ਆਪਣੀ ਸਿਹਤ ਦਾ ਖਿਆਲ ਰੱਖੀਏ ਤਾਂ ਕਿ ਉੱਥੋਂ ਤੱਕ ਨਾ ਪਹੁੰਚੀਏ। So that we remain spiritually healthy as believers. ਤਾਂ ਕਿ ਵਿਸ਼ਵਾਸੀ ਹੁੰਦੇ ਹੋਏ ਅਸੀਂ ਆਤਮਿਕ ਤੌਰ 'ਤੇ ਚੰਗੇ ਤੰਦਰੁਸਤ ਰਹਿ ਸਕੀਏ। So this is what we'll be looking at over the next few weeks. ਔਰ ਇਹੀ ਕੁਛ ਅਸੀਂ ਕੁਛ ਹਫ਼ਤਿਆਂ ਦੇ ਵਾਸਤੇ ਧਿਆਨ ਦੇਣਾ ਆ। Today we're going to consider what are the signs or the marks of being a spiritually healthy Christian. ਔਰ ਅੱਜ ਅਸੀਂ ਦੇਖਣਾ ਆ ਧਿਆਨ ਦੇਣਾ ਕਿ ਜਿਹੜਾ ਇੱਕ ਆਤਮਿਕ ਤੌਰ 'ਤੇ ਜਦੋਂ ਚੰਗਾ ਤੰਦਰੁਸਤ ਹੁੰਦਾ ਉਹਦੇ ਕੀ ਨਿਸ਼ਾਨ ਹੁੰਦੇ ਆ। Next week we'll consider how we can be spiritually healthy Christians. ਔਰ ਅਗਲੇ ਹਫ਼ਤੇ ਫਿਰ ਦੇਖਾਂਗੇ ਕਿ ਕਿਸ ਤਰ੍ਹਾਂ ਅਸੀਂ ਆਤਮਿਕ ਤੌਰ 'ਤੇ ਅੱਛੇ ਜਿਹੜੇ ਤੰਦਰੁਸਤ ਰਹਿ ਸਕਦੇ ਹਾਂ। And then I might say something the following week on being mentally and physically healthy as believers. ਔਰ ਉਸ ਤੋਂ ਫਿਰ ਬਾਅਦ ਹਫ਼ਤੇ 'ਚ ਦੇਖਾਂਗੇ ਕਿ ਕੁਝ ਜਿਹੜਾ ਆਤਮਿਕ ਤੌਰ 'ਤੇ ਜਿਹੜਾ ਦਿਮਾਗੀ ਤੌਰ 'ਤੇ ਕਿਸ ਤਰ੍ਹਾਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ। And we'll look at these things from a biblical perspective. ਔਰ ਅਸੀਂ ਇਹ ਪ੍ਰਭੂ ਦੇ ਵਚਨਾਂ ਦੇ ਮੁਤਾਬਕ ਗੱਲਾਂ ਇਹ ਸਿੱਖਣੀਆਂ ਦੇਖਣੀਆਂ। So firstly, what are the signs, what are the marks of being a spiritually healthy Christian? ਔਰ ਕੀ ਨਿਸ਼ਾਨ ਹੈਗੇ ਆ ਕਿ ਜਿਹੜੇ ਅਸੀਂ ਦੇਖ ਸਕਦੇ ਹਾਂ ਕਹਿ ਸਕਦੇ ਹਾਂ ਕਿ ਅਸੀਂ ਸੱਚੀ ਮੁੱਚੀ ਜਿਹੜੇ ਹੈਗੇ ਆ ਆਤਮਿਕ ਤੌਰ 'ਤੇ ਤੰਦਰੁਸਤ ਹਾਂ। Every year we are invited by our GP to go and see the nurse and they measure our health, physical health. ਹਰੇਕ ਸਾਲ ਸਾਨੂੰ ਜਿਹੜੀ ਹੈਗੀ ਸਰਜਰੀ ਉੱਥੇ ਜੀਪੀ ਸਾਨੂੰ ਸੱਦਦਾ ਔਰ ਉੱਥੇ ਦੇਖਿਆ ਜਾਂਦਾ ਕਿ ਅਸੀਂ ਸਾਰਾ ਕੁਝ ਚੈੱਕ ਕਰਕੇ ਦੱਸਦੇ ਆ ਕਿ ਜਿਹੜੇ ਸਾਡੀ ਕਿਸ ਤਰ੍ਹਾਂ ਦੀ ਸਿਹਤ ਆ। They do certain checks, they check our weight, they take our blood pressure, check our sugar levels, our cholesterol level.
ਔਰ ਬਹੁਤ ਕੁਝ ਫਿਰ ਜਿਹੜਾ ਉਹ ਸਰੀਰਕ ਤੌਰ ਤੇ ਉਹ ਚੈੱਕ ਕਰਦੇ ਆ, ਟੈਸਟ ਕਰਦੇ ਆ ਕਿ ਜਿਹੜਾ ਸਾਡਾ ਕੋਲੇਸਟ੍ਰੋਲ ਜਾਂ ਜਿਹੜਾ ਸ਼ੂਗਰ ਦਾ ਲੈਵਲ ਕਿ ਕਿਸ ਤਰ੍ਹਾਂ ਦੀ ਸਾਡੀ ਸਿਹਤ ਆ। And if these things are within a certain range, then that is a sign to say that we are physically healthy. ਔਰ ਅਗਰ ਉਹ ਦੇਖਦੇ ਆ ਕਿ ਜਿਹੜੇ ਉਹ ਟੈਸਟ ਕਰਕੇ ਹਾਂ ਕਿ ਲੈ ਵੀ ਜਿੱਥੇ ਹੋਣਾ ਚਾਹੀਦਾ ਆ ਉਸ ਰੇਂਜ ਦੇ ਵਿੱਚ, ਉਸ ਦਾਇਰੇ ਵਿੱਚ ਆ, ਤੇ ਫਿਰ ਉਹ ਕਹਿੰਦੇ ਹਾਂ ਕਿ ਤੁਸੀਂ ਤੰਦਰੁਸਤ ਆ। Every year our cars undergo an MOT to make sure that they are roadworthy. ਔਰ ਜਿਹੜੀਆਂ ਕਾਰਾਂ ਗੱਡੀਆਂ ਸਾਡੀਆਂ ਉਹ ਸਾਲ ਦੀ ਸਾਲ ਜਦੋਂ MOT ਕਰਦੇ ਆ, ਉਹਨਾਂ ਦਾ ਮਤਲਬ ਇਹ ਚੈੱਕ ਕਰਦੇ ਆ ਕਿ ਕੀ ਉਹ ਰੋਡ ਤੇ ਚੱਲਣ ਦੇ ਯੋਗ ਹੈ। Now, if we consider it important to have a health check and an MOT test, ਔਰ ਜੇ ਅਸੀਂ ਕਹਿੰਦੇ ਹਾਂ ਕਿ ਜ਼ਰੂਰੀ ਆ, ਇਹ ਹੋਣਾ ਚਾਹੀਦਾ ਆ ਜਿਹੜਾ ਸਰੀਰਕ ਤੌਰ ਤੇ ਕਿ ਹਾਂ ਕਿ ਚੈੱਕ ਕਰਨਾ ਜਾਂ ਜਿਹੜੀ ਕਾਰਾਂ ਦੀ MOT ਜ਼ਰੂਰੀ ਆ, then it's absolutely crucial that we have a spiritual checkup. ਔਰ ਫਿਰ ਇਹ ਵੀ ਹੈਗਾ ਆ ਜ਼ਰੂਰੀ ਕਿ ਜਿਹੜਾ ਆਤਮਿਕ ਤੌਰ ਤੇ ਸਾਨੂੰ ਆਪਣੇ ਆਪ ਨੂੰ ਦੇਖਣਾ, ਟੈਸਟ ਕਰਨਾ ਕਿ ਅਸੀਂ ਕਿੱਥੇ ਹੈਗੇ A ਆ। spiritual MOT to make sure that we are spiritually healthy. ਔਰ ਜਿਹੜੀ MOT ਵਾਂਗੂ ਜਿਹੜਾ ਆਤਮਿਕ ਤੌਰ ਤੇ ਸਾਡੀ MOT ਹੋਣੀ ਕਿ ਅਸੀਂ ਸੱਚਮੁੱਚ ਆਤਮਿਕ ਤੌਰ ਤੇ ਕਿੱਦਾਂ ਦੇ ਆ। So what are the signs, what are the marks of a spiritually healthy person? ਔਰ ਜਿਹੜਾ ਇੱਕ ਹੈਗਾ ਆਤਮਿਕ ਇਨਸਾਨ, ਉਹਦੇ ਆਤਮਿਕ ਤੰਦਰੁਸਤੀ ਦੇ ਕੀ ਨਿਸ਼ਾਨ ਆ। Firstly, ਪਹਿਲੀ ਗੱਲ, the mark of a spiritually healthy believer is that they have a right relationship with God. ਜਿਹੜਾ ਪਹਿਲਾ ਨਿਸ਼ਾਨ ਆ ਉਹਨਾਂ ਦਾ ਇਹ ਹੁੰਦਾ ਆ ਵਿਸ਼ਵਾਸੀ ਦਾ ਕਿ ਉਹਨਾਂ ਦਾ ਜਿਹੜਾ ਰਿਸ਼ਤਾ ਆ ਉਹ ਪਰਮੇਸ਼ਰ ਦੇ ਨਾਲ ਠੀਕ ਆ। The Bible is absolutely clear that unless we are born again, we are spiritually unhealthy. ਔਰ ਸਾਨੂੰ ਪ੍ਰਭੂ ਦਾ ਜਿਹੜਾ ਵਚਨ ਆ ਉਹ ਸਾਫ਼-ਸਾਫ਼ ਦੱਸਦਾ ਆ ਕਿ ਜਿੰਨਾ ਚਿਰ ਕਿਸੇ ਦਾ ਆਤਮਿਕ ਤੌਰ ਤੇ ਨਵਾਂ ਜਨਮ ਨਹੀਂ ਹੁੰਦਾ, ਉਹਨਾਂ ਚਿਰ ਉਹ ਸਰੀਰਕ ਤੌਰ ਤੇ ਜਿਹੜੀ ਆਤਮਿਕ ਉਹਨਾਂ ਦੀ ਜਿਹੜੀ ਸਿਹਤ ਆ, ਹਾਲਤ ਆ, ਉਹ ਖਰਾਬ In ਆ। fact, you are spiritually lost. You are spiritually dead, says the Bible. ਔਰ ਜਿਸ ਪ੍ਰਭੂ ਦੇ ਵਚਨਾਂ ਦੇ ਬਾਰੇ ਅਸੀਂ ਦੇਖੀਏ, ਗੱਲ ਕੀ ਆ ਕਿ ਸੱਚੀ ਮੁੱਚੀ ਕਿ ਜਿਹੜਾ ਆਤਮਿਕ ਤੌਰ ਤੇ ਇਨਸਾਨ ਮੁਰਦਾ ਹੋਇਆ And you ਹੁੰਦਾ don't have a relationship with God at all. ਔਰ ਸਾਡਾ ਕੋਈ ਵੀ ਰਿਸ਼ਤਾ ਜਿਹੜਾ ਪਰਮੇਸ਼ਰ ਦੇ ਨਾਲ, ਸੱਚੇ ਦੇ ਨਾਲ ਨਹੀਂ ਬਣਿਆ ਹੁੰਦਾ। Jesus came to Nicodemus in John chapter 3 and verse 3, and he said to him, and Nicodemus was a prominent Jewish leader who taught the Bible. He said, unless one is born again, he cannot see the kingdom of God. ਔਰ ਜਿਹੜਾ ਯਹੋਨਾ 3:3 ਦੇ ਵਿੱਚ ਕੀ ਦੇਖਦੇ ਆ ਕਿ ਜਦੋਂ ਨਿਕਦੀਮਸ ਜਿਹੜਾ ਸੀਗਾ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆ, ਜਿਹੜਾ ਬਹੁਤ ਲਿਖਤਾਂ ਨੂੰ, ਪੁਰਾਣੇ ਨਿਯਮ ਦਿਆਂ ਨੂੰ ਜਾਣਦਾ ਸੀ ਚੰਗੀ ਤਰ੍ਹਾਂ, ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਜਿੰਨਾ ਚਿਰ ਕੋਈ ਇਨਸਾਨ ਨਵੇਂ ਜਨਮ ਆਤਮਿਕ ਤੌਰ ਤੇ ਨਹੀਂ ਲੈਂਦਾ, ਉਹ ਪਰਮੇਸ਼ਰ ਦੇ ਰਾਜ ਵਿੱਚ ਸ਼ਾਮਲ ਨਹੀਂ He's ਹੁੰਦਾ। saying you cannot enter into heaven unless you're born again. ਕਹਿੰਦਾ ਕਿ ਜਿੰਨਾ ਚਿਰ ਆਤਮਿਕ ਤੌਰ ਤੇ ਨਵਾਂ ਜਨਮ ਨਹੀਂ ਹੁੰਦਾ, ਉਹਨਾਂ ਚਿਰ ਜੋ ਸਵਰਗ ਦਾ ਰਾਜ ਹੈ ਉਹ 'ਚ ਸ਼ਾਮਲ ਨਹੀਂ ਇਨਸਾਨ ਹੁੰਦਾ। Paul says in Ephesians that without the new birth you are alienated from God. ਔਰ ਪੌਲਸ ਕੀ ਕਹਿੰਦਾ ਆ, ਕਹਿੰਦਾ ਕਿ ਜਿੰਨਾ ਚਿਰ ਪਰਮੇਸ਼ਰ ਦਾ ਜਿਹੜਾ ਦਿੱਤਾ ਹੋਇਆ ਜਨਮ ਨਵੇਂ ਆਤਮਿਕ ਤੌਰ ਤੇ ਨਹੀਂ ਹੁੰਦਾ, ਉਹਨਾਂ ਚਿਰ ਉਹ ਪਰਮੇਸ਼ਰ ਤੋਂ ਦੂਰ ਆ, ਉਹ ਪਰਦੇਸੀ ਆ। You are far from God. ਕਹਿੰਦਾ ਕਿ ਉਹ ਇਨਸਾਨ ਜਿਹੜਾ ਪਰਮੇਸ਼ਰ ਤੋਂ ਬਹੁਤ ਦੂਰ ਆ। This idea that a person is born a Christian is not found in the Bible. ਜਿਹੜਾ ਇਹ ਗੱਲ ਕਹਿ ਦੇਣੀ ਹਾਂ ਕਿ ਅਸੀਂ ਤੇ ਜੰਮੇ ਹੀ ਹੈਗੇ ਆ ਮਸੀਹੀ ਘਰਾਣੇ ਦੇ ਵਿੱਚ, ਇਹ ਗੱਲ ਸਾਨੂੰ ਬਾਈਬਲ ਦੇ ਵਿੱਚ ਨਹੀਂ ਮਿਲਦੀ। And sadly, there are so many people who have this religious title of being a Christian. ਔਰ ਦੁੱਖ ਦੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਉਹਨਾਂ ਨੇ ਇਹ ਜਿਹੜਾ ਤਗਮਾ ਲਾਇਆ ਹੋਇਆ ਹਾਂ ਕਿ ਅਸੀਂ ਜਿਹੜਾ ਮਸੀਹੀ ਘਰਾਣੇ ਦੇ ਵਿੱਚ ਜੰਮੇ ਆ। Because they say our parents were Christians, our grandparents were Christians. ਉਹ ਕੀ ਕਹਿੰਦੇ ਆ ਕਿ ਸਾਡੇ ਜਿਹੜੇ ਮਾਪੇ ਉਹ ਕ੍ਰਿਸਚਨ, ਔਰ ਸਾਡੇ ਜਿਹੜੇ ਬਾਬੇ ਦਾਦੀਆਂ ਪਹਿਲੀ ਪੀੜ੍ਹੀ ਸੀ ਉਹ ਵੀ ਕ੍ਰਿਸਚਨ ਸੀ। Because we live in a Christian country. ਔਰ ਅਸੀਂ ਜੋ ਕ੍ਰਿਸਚਨ ਕੰਟਰੀ ਦੇ ਵਿੱਚ ਰਹਿ ਰਹੇ ਹਾਂ। Because we are Westerners, we are British, we are white. ਔਰ ਕਿਉਂਕਿ ਅਸੀਂ ਜਿਹੜੇ ਇਸ ਮੁਲਕ ਦੇ ਵਿੱਚ ਹੈਗੇ ਆ, ਸਾਡੇ ਜਿਹੜੇ ਰੰਗ ਚਿੱਟੇ ਆ, ਔਰ ਅਸੀਂ ਇਸ ਮੁਲਕ ਦੇ ਵਸਿੰਦੇ ਆ। Because we go to church. ਕਿਉਂਕਿ ਅਸੀਂ ਚਰਚ ਜਾਂਦੇ ਆ। Because I can pray, I know how to pray, I know how to sing. ਔਰ ਮੈਂ ਜੋ ਗਾਣੇ ਗਾਉਂਦਾ ਆ, ਔਰ ਮੈਨੂੰ ਪਤਾ ਕਿ ਮੈਂ ਪ੍ਰਭੂ ਦਾ ਵਚਨ ਪੜ੍ਹਦਾ ਆ। Because I went to Sunday school. ਔਰ ਮੈਂ ਜਦੋਂ ਸੰਡੇ ਸਕੂਲ ਵੀ ਗਿਆ। Because my father was a pastor. ਔਰ ਜਿਹੜਾ ਮੇਰਾ
ਪਿਤਾ ਸੀਗਾ ਉਹ ਪਾਸਵਾਨ ਸੀ Because I'm active and doing things in the church. ਔਰ ਚਰਚ ਦੇ ਵਿੱਚ ਮੈਂ ਬਹੁਤ ਕੁਛ ਨਾ ਕੁਛ ਕਰਦਾ ਹੀ ਰਹਿਣਾ ਆ Of course I'm a Christian. ਔਰ ਕਹਿ ਸਕਦਾ ਕਿ ਹਾਂ ਮੈਂ ਤੇ ਜ਼ਰੂਰ ਕਹਿਣਾ ਕਿ ਮੈਂ ਤਾਂ ਕ੍ਰਿਸਚਨ ਆ You may be a cultural Christian. You may be a nominal Christian. ਹੋ ਸਕਦਾ ਕਿ ਤੁਸੀਂ ਸਮਾਜੀ ਤੌਰ ਤੇ ਜਾਂ ਤੁਸੀਂ ਨਾਂ ਦੇ ਹੋਵੋ ਜਿਹੜੇ ਕ੍ਰਿਸਚਨ ਆ But none of these make you a true Christian. ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਫਿਰ ਵੀ ਤੁਸੀਂ ਸੱਚੇ ਮਸੀਹੀ ਨਹੀਂ ਹੋ ਸਕਦੇ In fact, you're in a terrible state. ਔਰ ਸਭ ਤੋਂ ਵੱਡੀ ਗੱਲ ਕਿ ਇਹ ਬਹੁਤ ਇੱਕ ਜਿਹੜੀ ਖੌਫਨਾਕ ਜਗ੍ਹਾ ਆ Because you have not really trusted Christ from the heart. ਕਿਉਂਕਿ ਜਿਹੜਾ ਦਿਲੋਂ ਇੱਕ ਜਿਹੜਾ ਪ੍ਰਭੂ ਯਿਸੂ ਮਸੀਹ ਤੇ ਨੇਚਾ ਵਿਸ਼ਵਾਸ ਕਰਨਾ ਹੁੰਦਾ ਉਹ ਤੁਸੀਂ ਨਹੀਂ You ਕੀਤਾ haven't really turned from the old life ਜਿਹੜਾ ਪੁਰਾਣਾ ਜੀਵਨ ਆ ਉਹਦੇ ਤੋਂ ਤੁਸੀਂ ਨਹੀਂ ਮੁੜੇ and experienced new life in Christ ਔਰ ਜੋ ਮਸੀਹ ਦੇ ਵਿੱਚ ਤਜਰਬਾ ਨਵੇਂ ਜਨਮ ਦਾ ਹੁੰਦਾ ਉਹ ਨਹੀਂ ਹੋਇਆ that changes you and gives you the assurance of heaven. ਔਰ ਉਹ ਕਿ ਜਿਹੜਾ ਇੱਕ ਪੱਕਾ ਯਕੀਨ ਹੁੰਦਾ ਕਿ ਹਾਂ ਕਿ ਮੈਂ ਸਵਰਗ ਜਾਣਾ ਆ And you are trusting in yourself ਔਰ ਤੁਸੀਂ ਆਪਣੇ ਆਪ ਦੇ ਵਿੱਚ ਜਿਹੜਾ ਉਹ ਭਰੋਸਾ ਰੱਖਦੇ to ਆ earn you credits and points, ਔਰ ਕਿ ਤੁਸੀਂ ਆਪਣੀ ਮਿਹਨਤ ਦੇ ਨਾਲ ਜੋ ਕਿ ਤੁਸੀਂ ਕਰ ਸਕਦੇ ਆ ਜੋ ਤੁਸੀਂ ਕਮਾ ਸਕਦੇ ਆ thinking that'll get me to heaven. ਔਰ ਇਹ ਸੋਚ ਰੱਖਣੀ ਹਾਂ ਕਿ ਇਹ ਕਰਨ ਸਾਰਾ ਕੁਝ ਕਰਨ ਦੇ ਦੁਆਰਾ ਮੈਂ ਸਵਰਗ ਚਲ And you are ਜਾਊਂਗਾ not trusting Christ alone. ਔਰ ਜੋ ਮਸੀਹ ਦੇ ਉੱਤੇ ਸਿਰਫ ਮਸੀਹ ਦੇ ਉੱਤੇ ਭਰੋਸਾ ਰੱਖਣਾ ਨੇਚਾ ਕਰਨਾ ਉਹ ਤੇਰੇ ਕੋਲ ਨਹੀਂ In the ਹੈ 1700s, there were some students in Oxford. ਔਰ 17ਵੀਂ ਸਦੀ ਦੇ ਵਿੱਚ They formed a club called the Holy Club. ਔਰ ਉੱਥੇ ਉਹਨਾਂ ਨੇ ਕਲੱਬ ਬਣਾਇਆ ਕਿ ਜਿਹਨੂੰ ਕਿਹਾ ਕਿ ਪਵਿੱਤਰ ਕਲੱਬ ਆ ਉਹ They studied the Bible. They visited people who were sick. They visited people who were in prison. ਔਰ ਉਹ ਜੋ ਕੁਛ ਸੀਗੇ ਲੋਕਾਂ ਨੂੰ ਮਿਲਣ ਦੀ ਜਿੱਥੇ ਲੋੜ ਸੀਗੀ ਜੇਲ੍ਹਾਂ ਦੇ ਵਿੱਚ ਜਾਂ ਜਿਹੜੇ ਹਸਪਤਾਲਾਂ ਦੇ ਵਿੱਚ ਸੀਗੇ They disciplined their lives in order to try to be holy. ਔਰ ਉਹਨਾਂ ਨੇ ਆਪਣੇ ਆਪ ਨੂੰ ਜੀਵਨ ਨੂੰ ਤਾੜਨਾ ਵਿੱਚ ਰੱਖਿਆ ਤਾਂ ਕਿ ਸਾਡਾ ਜੀਵਨ ਪਵਿੱਤਰ ਹੋਵੇ Part of the group was John Wesley, Charles Wesley, and George Whitefield. ਔਰ ਜਿਹੜਾ ਉਹਨਾਂ ਦੇ ਗਰੁੱਪ ਦੇ ਵਿੱਚ ਜਿਹੜੇ ਸੀਗੇ ਉਹ ਸੀਗੇ ਜੌਨ ਵੈਜ਼ਲੀ ਚਾਰਲ ਵੈਜ਼ਲੀ ਉਹਨਾਂ ਦੇ ਵਿੱਚੋਂ ਸੀਗੇ But what they failed to realize that they were trusting in their own works to save them and not really trusting Christ. ਔਰ ਕੀ ਉਹਨਾਂ ਦਾ ਸੀਗਾ ਸੋਚ ਜ਼ਿਆਦਾ ਉਹ ਆਪਣੇ ਆਪ ਤੇ ਵਿਸ਼ਵਾਸ ਕਰਦੇ ਸੀਗੇ ਬਜਾਏ ਕਿ ਉਹ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ They ਕਰਨ became ministers of churches. ਔਰ ਉਹ ਮੰਡਲੀਆਂ ਦੇ ਜਿਹੜੇ ਸੀਗੇ ਮਿਨਿਸਟਰ ਬਣ ਗਏ And then in 1734, John Wesley went to America to do some missionary work. ਔਰ 1734 ਦੇ ਵਿੱਚ ਜੌਨ ਵੈਜ਼ਲੀ ਜਦੋਂ ਗਿਆ ਅਮਰੀਕਾ ਦੇ ਵਿੱਚ ਉੱਥੇ ਸੇਵਾ ਕਰਨ ਦੇ ਵਿੱਚ And on the ship he met some Christians from Moravia. ਔਰ ਉਥੋਂ ਜਿਹੜਾ ਕਿਸ਼ਤੀ ਸੀਗੀ ਵੱਡੀ ਪਾਣੀ ਸ਼ਿਪ ਦੀ ਉੱਥੇ ਮਰੇਵੀਆ ਤੋਂ ਉਹਨੂੰ ਜਿਹੜੇ ਸੱਚੇ ਮਸੀਹੀ ਲੋਕ ਮਿਲੇ He realized that they had something that he lacked. ਔਰ ਫਿਰ ਉਹਨੂੰ ਪਤਾ ਲੱਗਾ ਕਿ ਉਹਦੇ ਕੋਲ ਉਹ ਚੀਜ਼ ਨਹੀਂ ਹੈਗੀ ਜਿਹੜੀ ਦੂਸਰੇ ਸੱਚੇ ਮਸੀਹੀ ਲੋਕਾਂ ਦੇ ਕੋਲ ਹੈ He knew about God, but he didn't actually know God. ਉਹਨੂੰ ਪਰਮੇਸ਼ਰ ਦੇ ਬਾਰੇ ਪਤਾ ਸੀਗਾ ਪਰ ਉਹ ਪਰਮੇਸ਼ਰ ਨੂੰ ਨਹੀਂ ਸੀ ਜਾਣਦਾ Their faith was real. They knew God from the heart. ਔਰ ਉਹ ਜਿਹੜੇ ਪਰਮੇਸ਼ਰ ਦੇ ਲੋਕ ਉਹਨੂੰ ਮਿਲੇ ਉਹਨਾਂ ਦੇ ਕੋਲ ਸੱਚਾ ਵਿਸ਼ਵਾਸ ਤੇ ਉਹ ਪਰਮੇਸ਼ਰ ਨੂੰ ਜਾਣਨ ਵਾਲੇ ਲੋਕ ਸੀ And John Wesley came to realize ਔਰ ਜੌਨ ਵੈਜ਼ਲੀ ਨੇ ਇਸ ਗੱਲ ਦਾ ਅਹਿਸਾਸ ਕੀਤਾ that even though he was a university tutor, one who was an ordained minister, ਔਰ ਭਾਵੇਂ ਉਹ ਯੂਨੀਵਰਸਿਟੀ ਦੇ ਵਿੱਚ ਸਿਖਾਉਣ ਵਾਲਾ ਸੀਗਾ ਔਰ ਉਹਨੇ ਬਹੁਤ ਕੁਝ ਜਿਹੜਾ ਪ੍ਰਭੂ ਦਾ ਜਿਹੜਾ ਵਚਨ ਸੀਗਾ ਉਹ ਸਿੱਖ ਲਿਆ ਸੀ he came from a Christian home. ਔਰ ਉਹ ਮਸੀਹੀ ਘਰਾਣੇ ਦੇ ਵਿੱਚ ਉਹਨੂੰ ਜੰਮਿਆ He ਉੱਥੋਂ ਵੱਡਾ knew ਹੋਇਆ। the Bible. He taught the Bible. ਉਹਨੂੰ ਪ੍ਰਭੂ ਦਾ ਜਿਹੜਾ ਵਚਨ ਸੀਗਾ ਪਤਾ ਸੀਗਾ ਉਹ ਸਿਖਾਉਂਦਾ ਵੀ He ਸੀਗਾ came to realize that he was not a real Christian. ਔਰ ਫਿਰ ਉਹਨੂੰ ਅਹਿਸਾਸ ਹੋਇਆ ਉਹਨੂੰ ਪਤਾ ਲੱਗਾ ਕਿ ਉਹ ਸੱਚੀ ਮੁੱਚੀ ਸੱਚਾ ਵਿਸ਼ਵਾਸੀ ਨਹੀਂ He ਹੈ said, I went to America to convert others, but I myself needed to be converted. ਉਹ ਕੀ ਕਹਿੰਦਾ ਕਿ ਮੈਂ ਗਿਆ ਸੀਗਾ ਦੂਸਰਿਆਂ ਨੂੰ ਕਨਵਰਟ ਕਰਨ ਕੇ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਪਰ ਮੈਨੂੰ ਤਾਂ ਕਹਿੰਦਾ ਪਹਿਲਾਂ ਆਪ ਲੋੜ ਸੀਗੀ ਕਿ ਮੈਂ ਪ੍ਰਭੂ ਦੇ ਕੋਲ ਪਹਿਲਾਂ And ਆਵਾਂ later when he came back to London, ਔਰ ਜਦੋਂ ਉਹ ਵਾਪਸ ਲੰਡਨ ਵਾਪਸ ਆਇਆ that he realized he needed to know God. He needed to be born again. ਔਰ ਫਿਰ ਉਹਨੂੰ ਪਤਾ ਲੱਗਾ ਕਿ ਉਹਨੂੰ ਵੀ ਲੋੜ ਆ ਕਿ ਉਹ ਪਰਮੇਸ਼ਰ ਨੂੰ ਜਾਣੇ ਔਰ ਜਿਹੜਾ ਆਤਮਿਕ ਤੌਰ ਤੇ ਨਵਾਂ ਜਨਮ ਆ ਉਹ ਪਾਵੇ And he came to know God and the Lord greatly used him.
ਔਰ ਫਿਰ ਉਹ ਪ੍ਰਭੂ ਦੇ ਵਿੱਚ ਸੱਚੀ ਮੁੱਚੀ ਨਵਾਂ ਜਨਮ ਪਾ ਕੇ ਆ ਗਿਆ ਔਰ ਪਰਮੇਸ਼ਰ ਨੇ ਉਹਨੂੰ ਇਸਤੇਮਾਲ ਕੀਤਾ। Isn't this amazing? ਔਰ ਕਿੰਨੀ ਇਹ ਸੋਹਣੀ ਅਜੀਬ ਗੱਲ ਆ That you could be part of a Christian community, ਕਿ ਤੁਸੀਂ ਜਿਹੜਾ ਮਸੀਹੀ ਲੋਕ ਆ ਉਹਨਾਂ ਦੇ ਤੁਸੀਂ ਹਿੱਸੇਦਾਰ ਹੋ ਸਕਦੇ ਆ, going to a nominal church, going to even a proper church, ਜਾਂ ਤੁਸੀਂ ਉਸ ਚਰਚ ਜਾਂਦੇ ਹੋ ਜਿੱਥੇ ਨੋਮੀਨਲ ਲੋਕ ਇਕੱਠੇ ਹੁੰਦੇ ਆ, ਜਾਂ ਤੁਸੀਂ ਉੱਥੇ ਜਾਂਦੇ ਹੋ ਜਿੱਥੇ ਸੱਚੀ ਮੁੱਚੀ ਵਿਸ਼ਵਾਸੀ ਹੈਗੇ ਆ, you could be involved in things, ਔਰ ਤੁਸੀਂ ਕਈ ਗੱਲਾਂ ਦੇ ਵਿੱਚ ਸ਼ਾਮਲ ਹੋ you could ਸਕਦੇ be ਹੋ, on committees, ਔਰ ਤੁਸੀਂ ਹੋ ਸਕਦਾ ਆਪਣੀ ਕਮੇਟੀ ਬਣਾਈ ਹੋਵੇ, and yet be condemned to hell. ਪਰ ਫਿਰ ਵੀ ਤੁਸੀਂ ਜਿਹੜਾ ਹੱਕਦਾਰ ਆ ਉਹ ਤੁਸੀਂ ਨਰਕ ਦੇ ਹੋ ਸਕਦੇ ਹੋ, Because of our pride. ਕਿਉਂਕਿ ਜਿਹੜੀ ਸਾਡਾ ਜਿਹੜਾ ਆਪਣਾ ਘਮੰਡ ਆ ਅਸੀਂ ਉਹਨੂੰ ਲੈ ਕੇ Because ਬੈਠੇ we want to be known that we are Christians. ਔਰ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕੀ ਜਾਣਨ ਕਿ ਹਾਂ ਕਿ ਅਸੀਂ ਵੀ ਮਸੀਹੀ ਲੋਕ And ਹਲਾਉਣੇ we're ਆ, proud of it. ਔਰ ਉਹਦੇ ਵਿੱਚ ਸਾਡਾ ਘਮੰਡ ਆ ਜਾਂਦਾ ਆ It's been in my family for generations. ਕਿ ਜਿਹੜਾ ਮੈਂ ਤੇ ਪੀੜ੍ਹੀਓ ਪੀੜ੍ਹੀ ਮਸੀਹੀ ਘਰਾਣੇ ਦੇ ਵਿੱਚ And ਜੰਮਿਆ yet ਪਿਆ, we ourselves have never humbled ourselves ਪਰ ਕੀ ਹੈ ਮੁਸ਼ਕਿਲ ਸਾਡੀ ਕਿ ਅਸੀਂ ਕਦੀ ਵੀ ਆਪਣੇ ਆਪ ਨੂੰ ਹਲੀਮ ਨਹੀਂ ਕੀਤਾ and said, God, I am lost. ਔਰ ਇਹ ਪਰਮੇਸ਼ਰ ਨੂੰ ਨਹੀਂ ਕਦੀ ਵੀ ਕਿਹਾ ਕਿ ਹਾਂ ਕਿ ਪਰਮੇਸ਼ਰ ਮੈਂ ਵੀ ਗਵਾਚਾ ਹੋਇਆ, God, I'm spiritually dead. ਕਿ ਪ੍ਰਭੂ ਹਾਂ ਕਿ ਆਤਮਿਕ ਤੌਰ ਤੇ ਮੈਂ ਮੁਰਦਾ ਆ, I'm alienated from you. I am far from you. I am a sinner before you. ਕਿ ਹਾਂ ਕਿ ਪਰਮੇਸ਼ਰ ਮੈਂ ਤੇਰੇ ਤੋਂ ਦੂਰ ਆ, ਮੈਂ ਪਰਦੇਸੀ ਆ, ਮੈਂ ਆਤਮਿਕ ਤੌਰ ਤੇ ਮੁਰਦਾ ਆ, My parents can't save me. My heritage can't save me. ਜਿਹੜੇ ਮੇਰੇ ਮਾਪੇ ਆ ਉਹ ਮੈਨੂੰ ਨਹੀਂ ਬਚਾ ਸਕਦੇ, ਜੋ ਜਿਹੜੀ ਮਿਰਾਸ ਮੈਨੂੰ ਮਿਲੀ ਹੋਈ ਆ ਨਾਂ ਦੀ ਮਸੀਹੀ ਹੋਣਾ ਉਹ ਮੈਨੂੰ ਨਹੀਂ ਬਚਾ ਸਕਦਾ। Therefore, God, I humble myself and I repent ਔਰ before you and ask for mercy and ਔਰ ਇਸ forgiveness. ਕਰਕੇ ਹੇ ਪਰਮੇਸ਼ਰ ਮੈਂ ਤੇਰੇ ਅੱਗੇ ਆਉਣਾ ਆ, ਮੈਂ ਕਹਿੰਦਾ ਕਿ ਪ੍ਰਭੂ ਤੂੰ ਮੇਰੇ ਤੇ ਦਇਆ ਕਰ ਔਰ ਮੈਨੂੰ ਆਤਮਿਕ ਤੌਰ ਤੇ ਬਚਾ। It's sad. ਇਹ ਬੜੀ ਦੁੱਖ ਦੀ ਗੱਲ ਆ There are so many people in churches ਔਰ ਬਹੁਤ ਸਾਰੇ ਲੋਕੀ ਹੈਗੇ ਆ ਜਿਹੜੇ ਉਹ ਮੰਡਲੀਆਂ ਦੇ ਵਿੱਚ ਇਸ ਤਰ੍ਹਾਂ ਦੇ ਹੈਗੇ ਆ who are condemned ਕਿ ਜਿਹੜੇ ਨਰਕ ਦੇ ਹੱਕਦਾਰ ਆ, because they don't trust in Christ alone. ਕਿਉਂਕਿ ਉਹ ਜਿਹੜਾ ਵਿਸ਼ਵਾਸ ਹੋਣਾ ਚਾਹੀਦਾ ਸਿਰਫ ਸੱਚੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਹਨਾਂ ਦੇ ਕੋਲ ਨਹੀਂ ਹੈਗਾ, And do not have a relationship with God. ਔਰ ਉਹਨਾਂ ਦਾ ਜਿਹੜਾ ਪਰਮੇਸ਼ਰ ਦੇ ਨਾਲ ਰਿਸ਼ਤਾ ਆ ਹੋਣਾ ਚਾਹੀਦਾ ਉਹਨਾਂ ਦੇ ਕੋਲ ਹੈ ਨਹੀਂਗਾ। So being a healthy Christian begins by being right with God. ਔਰ ਪਹਿਲਾ ਕੀ ਨਿਸ਼ਾਨ ਹੈ ਕਿ ਜਿਹੜਾ ਤੰਦਰੁਸਤ ਹੋਣਾ ਆਤਮਿਕ ਤੌਰ ਤੇ ਪਰਮੇਸ਼ਰ ਦੇ ਨਾਲ ਰਿਸ਼ਤਾ ਠੀਕ ਹੋਵੇ। And then once we're right with Him, ਜਦੋਂ ਅਸੀਂ once we know Him, ਜਦੋਂ ਅਸੀਂ ਪਰਮੇਸ਼ਰ ਦਾ ਰਿਸ਼ਤਾ ਠੀਕ ਹੈ ਉਹਨੂੰ ਜਾਣਦੇ ਹਾਂ, it's important that we walk with Him. ਔਰ ਫਿਰ ਜ਼ਰੂਰੀ ਗੱਲ ਹੈ ਕਿ ਸਾਡੀ ਚਾਲ ਉਹਦੇ ਨਾਲ ਹੋਵੇ। In Ephesians chapter 4 verse 1, Paul says, walk worthy of your calling. ਔਰ ਇਫਸੀਆਂ 4:1 ਦੇ ਵਿੱਚ ਪੌਲਸ ਕੀ ਕਹਿੰਦਾ ਕਿ ਜਿਹੜੀ ਤੁਹਾਡੀ ਚਾਲ ਆ ਉਹ ਠੀਕ ਹੋਵੇ। This means living in obedience to His word. ਮਤਲਬ ਕਿ ਜੋ ਪਰਮੇਸ਼ਰ ਦੇ ਵਚਨ ਆ ਉਹਨਾਂ ਦੇ ਮੁਤਾਬਕ ਜਿਹੜੀ ਹੋਵੇ, Out of love because He saved you. ਔਰ ਪਿਆਰ ਦੇ ਵਿੱਚ ਹੋਵੇ ਕਿਉਂਕਿ ਪਰਮੇਸ਼ਰ ਨੇ ਸਾਨੂੰ ਬਚਾ ਲਿਆ। And when we fail Him, ਔਰ ਜਦੋਂ ਅਸੀਂ ਕਦੇ ਹਾਰ ਜਾਂਦੇ ਆ, we need to get right with Him. We need to repent. ਔਰ ਫਿਰ ਸਾਨੂੰ ਲੋੜ ਆ ਕਿ ਅਸੀਂ ਤੌਬਾ ਕਰਕੇ ਫਿਰ ਪ੍ਰਭੂ ਦੇ ਨਾਲ ਸਾਡੀ ਜਿਹੜੀ ਚਾਲ ਹੈ ਉਹ ਸਹੀ ਹੋਵੇ। Not to be saved again, you are already saved. ਇਹ ਨਹੀਂ ਕਿ ਅਸੀਂ ਬਾਰ-ਬਾਰ ਆਤਮ ਤੌਰ ਤੇ ਬਚਾਏ ਜਾਣਾ, ਪਹਿਲਾਂ ਅਸੀਂ ਬਚਾਏ ਤੇ ਹੋਏ ਆ, But now as a Christian, ਪਰ ਹੁਣ ਪ੍ਰਭੂ ਦੇ ਵਿੱਚ you ਮਸੀਹੀ ਹੋ need to ਕੇ repent to keep close to God. ਔਰ ਅਸੀਂ ਸਮੇਂ ਦੇ ਸਮੇਂ ਤੌਬਾ ਕਰਕੇ ਪ੍ਰਭੂ ਦੇ ਨਾਲ ਜਿਹੜੀ ਸਾਡੀ ਚਾਲ ਆ ਉਹ So that ਨਜ਼ਦੀਕੀ you ਹੋਵੇ, grow and become holy. ਤਾਂ ਕਿ ਅਸੀਂ ਮਸੀਹ ਦੇ ਵਿੱਚ ਵਧੀਏ ਔਰ ਜਿਹੜੀ ਸਾਡੀ ਚਾਲ ਆ ਉਹ ਨੌਲੇਜ ਦਾ ਗਿਆਨ When we ਵਧੇ। come to Christ, ਜਦੋਂ ਅਸੀਂ ਮਸੀਹ ਦੇ ਵਿੱਚ ਆਉਨੇ ਆ there's still sin in us, ਉਦੋਂ ਵੀ ਸਾਡੇ ਵਿੱਚ ਹਲੇ ਪਾਪ ਹੁੰਦੇ ਆ, but we know God, but we need to maintain a close walk with Him. ਔਰ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਨੂੰ ਜਾਣੀਏ ਔਰ ਫਿਰ ਸਾਨੂੰ ਧਿਆਨ ਰੱਖਣ ਦੀ ਲੋੜ ਆ ਕਿ ਜਿਹੜੀ ਸਾਡੀ ਚਾਲ ਆ ਉਹ ਪ੍ਰਭੂ ਦੇ ਨਾਲ ਠੀਕ ਹੋਵੇ। Because as we walk with Him, His word will expose our sin. Different circumstances will expose our sin. ਔਰ ਜਦੋਂ ਅਸੀਂ ਪ੍ਰਭੂ ਦੇ ਨਾਲ ਚੱਲਦੇ ਆ ਜਿਹੜੇ ਵਚਨ ਆ ਜਾਂ ਕਿ ਜਿਹੜੇ ਹਾਲਾਤ ਆ ਉਹ ਸਾਨੂੰ ਯਾਦ ਦਿਲਾਉਂਦੇ ਆ ਕਿ ਸਾਡੀ ਚਾਲ ਜਿਹੜੀ ਉਹ ਕਿੱਦਾਂ ਦੀ ਆ। We'll fail. ਔਰ ਅਸੀਂ ਕਈ ਵਾਰੀ ਜਦੋਂ ਡਿੱਗ We ਜਾਂਦੇ ਹਾਰ need to ਜਾਂਦੇ, keep right with Him. We need to keep coming back to Him so that we grow. ਔਰ ਸਾਨੂੰ ਲੋੜ ਆ ਕਿ ਅਸੀਂ ਬਾਰ-ਬਾਰ ਧਿਆਨ ਰੱਖੀਏ
ਔਰ ਤੌਬਾ ਕਰਕੇ ਫਿਰ ਅਸੀਂ ਉਹਦੇ ਨਾਲ ਚੱਲਦੇ This is ਰਹੀਏ। the first mark of a healthy Christian. ਔਰ ਇਹ ਹੈਗਾ ਆ ਕਿ ਜਿਹੜਾ ਪਹਿਲਾ ਨਿਸ਼ਾਨ ਕਿ ਇੱਕ ਜਿਹੜਾ ਸੱਚੀ ਮੁੱਚੀ Someone ਆਤਮਿਕ ਤੌਰ who ਤੇ has a ਤੰਦਰੁਸਤ ਹੈ। right relationship with God and maintains a close and right relationship with Him. ਔਰ ਕਿ ਉਹ ਜਿਹੜਾ ਆਪਣਾ ਧਿਆਨ ਰੱਖਦਾ ਆ ਔਰ ਆਪਣੀ ਜਿਹੜੀ ਚਾਲ ਆ ਪ੍ਰਭੂ ਦੇ ਨਾਲ ਸਹੀ ਰੱਖਣ ਦੀ ਕੋਸ਼ਿਸ਼ ਕਰਦਾ ਆ। Secondly, ਦੂਸਰੀ ਗੱਲ, the sign or the mark of a healthy Christian is that we are in a right relationship with people. ਔਰ ਦੂਸਰਾ ਨਿਸ਼ਾਨ ਇਹ ਆ ਕਿ ਜਦੋਂ ਜਿਹੜਾ ਸਾਡਾ ਰਿਸ਼ਤਾ ਹੁੰਦਾ ਆ ਉਹ ਦੂਸਰੇ ਲੋਕ ਜਾਂ ਜਿਹੜੇ ਪ੍ਰਭੂ ਦੇ ਵਿੱਚ ਭੈਣ ਭਾਈ ਆ ਉਹਨਾਂ ਦੇ ਨਾਲ ਸਾਡਾ This ਰਿਸ਼ਤਾ is ਠੀਕ so ਹੋਵੇ। important ਔਰ ਇਹ ਵੀ ਬਹੁਤ ਜ਼ਰੂਰੀ ਆ if we want to be healthy Christians ਜੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਆਤਮਿਕ ਤੌਰ ਤੇ ਰਿਸ਼ਤਾ ਠੀਕ ਹੋਵੇ and pass our spiritual MOT. ਔਰ ਜੇ ਅਸੀਂ ਕਹੀਏ ਕਿ ਹਾਂ ਜਿਹੜਾ ਸਾਡਾ MOT ਟੈਸਟ ਹੋਣਾ ਉਹ 'ਚ ਅਸੀਂ ਪਾਸ ਹੋ ਜਾਈਏ। How many Christians are unhealthy spiritually because they nurture hatred and anger in their hearts? ਔਰ ਕਿੰਨੇ ਹੈਗੇ ਆ ਮਸੀਹੀ ਲੋਕ ਜਿਹੜੇ ਆਪਣੇ ਦਿਲਾਂ ਦੇ ਵਿੱਚ ਨਫ਼ਰਤ ਲੈ ਕੇ ਬੈਠੇ ਆ Because there's resentment and a lack of forgiveness. ਕਿਉਂਕਿ ਉਹਨਾਂ ਦੇ ਦਿਲਾਂ ਦੇ ਵਿੱਚ ਜੋ ਮਾਫੀ ਹੋਣੀ ਚਾਹੀਦੀ ਆ ਉਹ ਮਾਫੀ ਹੈ ਨਹੀਂ ਗੀ। And you'll find this will eat away at your spiritual life. ਔਰ ਕੀ ਉਤੋਂ ਹੋਊਗਾ ਕਿ ਜਿਹੜਾ ਆਤਮਿਕ ਤੌਰ ਤੇ ਜਿਹੜਾ ਨੁਕਸਾਨ ਆ ਉਹ ਤੈਨੂੰ ਉਹਦੇ ਚ ਉਠਾਉਣਾ ਪਊਗਾ। And you'll stop growing. ਔਰ ਜਿਹੜਾ ਸਾਡਾ ਵਧਣਾ ਹੁੰਦਾ ਆ ਮਸੀਹ ਦੇ ਵਿੱਚ And ਉਹ it'll ਸਾਡੀ ਵਧਣਾ cause ਰੁਕ a ਜਾਂਦਾ। hindrance between you and God. ਔਰ ਫਿਰ ਜਿਹੜਾ ਪਰਮੇਸ਼ਰ ਦੇ ਵਿੱਚ ਔਰ ਜਿਹੜਾ ਵਿਸ਼ਵਾਸੀ ਦੇ ਵਿੱਚ ਜਿਹੜਾ ਹੁੰਦਾ ਰਿਸ਼ਤਾ ਉਹ ਵੀ ਰੁਕਾਵਟ ਆ At ਜਾਂਦੀ ਹੈ। every level, ਔਰ ਹਰ ਇੱਕ ਲੈਵਲ ਦੇ ਵਿੱਚ ਇਹਦਾ ਅਸਰ we ਹੁੰਦਾ need to maintain a right relationship with people. ਔਰ ਜਿਹੜਾ ਲੋਕਾਂ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ ਉਹ ਠੀਕ ਹੋਵੇ। Take the family, ਮਿਸਾਲ ਦੇ ਤੌਰ ਤੇ husband ਪਰਿਵਾਰ and wives. ਜਿਹੜਾ ਹਸਬੈਂਡ ਵਾਈਫ ਆ In 1 Peter chapter 3 and verse 7, ਔਰ ਪਹਿਲਾ ਪਤਰਸ 3:7 ਦੇ ਵਿੱਚ Peter speaks to husband and tells them to dwell with their wives with understanding. ਔਰ ਕਹਿੰਦਾ ਕਿ ਉੱਥੇ ਕਿ ਜਿਹੜਾ ਰਿਸ਼ਤਾ ਆ ਤੀਵੀਂ ਆਦਮੀ ਦਾ ਸਹੀ ਹੋਵੇ ਇੱਕ ਦੂਸਰੇ ਨੂੰ ਸਮਝਦੇ ਹੋਣ। In chapter 3 verse 1 to 6 it speaks of wives how they need to be submissive to their husbands. ਔਰ ਫਿਰ ਜਿਹੜੀਆਂ ਅੱਗੇ ਆਤਾਂ ਆਉਂਦੀਆਂ ਕਿ ਕਿਸ ਤਰ੍ਹਾਂ ਜਿਹੜੀ ਪਤਨੀ ਆ ਉਹ ਪਤੀ ਦੇ ਅਧੀਨ ਹੋਵੇ। So it's important that they maintain a right relationship with each other. ਔਰ ਇਹ ਜ਼ਰੂਰੀ ਆ ਕਿ ਜਿਹੜਾ ਤੀਵੀਂ ਆਦਮੀ ਦਾ ਰਿਸ਼ਤਾ ਆ ਉਹ ਸਹੀ ਹੋਵੇ। Why is that? ਇਹ ਕਿਉਂ ਆ? It says here in 1 Peter chapter 3 verse 7 at the end that your prayers may not be hindered. ਉਹ ਕੀ ਦੇਖਦੇ ਆ ਕਿ ਜਿਹੜਾ ਪਹਿਲਾ ਪਤਰਸ 3:7 ਦੇ ਵਿੱਚ ਅਖੀਰ ਦੇ ਵਿੱਚ ਤਾਂ ਕਿ ਕਹਿੰਦਾ ਜਿਹੜੀਆਂ ਪ੍ਰਾਰਥਨਾਵਾਂ ਆ ਉਹ ਰੁਕ ਨਾ ਜਾਣ। If our relationships between our spouses are not right, ਜੇ ਸਾਡੇ ਜਿਹੜੇ ਰਿਸ਼ਤੇ ਆ ਉਹ ਸਾਡੇ ਜੀਵਨ ਸਾਥੀ ਦੇ ਨਾਲ ਸਹੀ ਨਹੀਂ ਹੈਗੇ then our prayers are hindered, our relationship with God is hindered, we won't grow. ਔਰ ਫਿਰ ਜਿਹੜਾ ਸਾਡੀਆਂ ਪ੍ਰਾਰਥਨਾਵਾਂ ਆ ਉਹ ਪਰਮੇਸ਼ਰ ਦੇ ਹਜ਼ੂਰ ਨਹੀਂ ਪਹੁੰਚਦੀਆਂ ਔਰ ਜਿਹੜਾ ਸਾਡਾ ਆਤਮਿਕ ਜਿਹੜਾ ਜੀਵਨ ਆ ਉਹ ਵਧਣੋਂ ਰੁਕ ਜਾਂਦਾ ਆ। Same is true with our children ਔਰ ਇਸੇ ਤਰ੍ਹਾਂ ਸਾਡਾ ਜਿਹੜਾ ਬੱਚਿਆਂ ਦੇ ਨਾਲ ਰਿਸ਼ਤਾ ਹੋਣਾ ਚਾਹੀਦਾ and parents. ਔਰ ਜਿਹੜੇ ਸਾਡੇ ਮਾਪੇ ਆ Ephesians 6 verse 1 tells young children to obey their parents. ਔਰ ਇਫਸੀਆਂ 6:1 ਦੇ ਉੱਥੇ ਕੀ ਕਿਹਾ ਬੱਚਿਆਂ ਨੂੰ ਕਿ ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ Because ਹੋਵੋ। children can have resentment in their heart towards their parents, especially teenagers. ਔਰ ਖਾਸ ਕਰਕੇ ਜਦੋਂ ਜਿਹੜੇ ਬੱਚੇ ਹੁੰਦੇ ਆ ਜਦੋਂ ਉਹ ਜਵਾਨ ਹੁੰਦੇ ਜਦੋਂ ਵੱਡੇ ਹੁੰਦੇ ਆ ਟੀਨੇਜਰ ਹੁੰਦੇ ਉਦੋਂ ਜਦੋਂ ਉਹਨਾਂ ਦਿਲਾਂ 'ਚ ਬਗਾਵਤ ਹੁੰਦੀ ਆ। Ephesians 6 verse 4 says that parents or fathers in particular are not to provoke their children to wrath. ਔਰ ਇਫਸੀਆਂ 6:4 ਦੇ ਵਿੱਚ ਮਾਪਿਆਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਉਹਨਾਂ ਨੂੰ ਮਜਬੂਰ ਕਰੋ ਕਿ ਉਹ ਤੁਹਾਡੇ ਬਗਾਵਤ ਕਰਨ। It's important that we maintain good relationships. ਔਰ ਜ਼ਰੂਰੀ ਆ ਕਿ ਜਿਹੜਾ ਸਾਡਾ ਰਿਸ਼ਤਾ ਆ ਉਹਦਾ ਅਸੀਂ ਧਿਆਨ ਰੱਖੀਏ। This applies to the wider family, ਔਰ ਜਿਹੜੇ ਬਾਕੀ ਦੂਰ ਦੇ ਸਾਡੇ ਰਿਸ਼ਤੇਦਾਰ ਉਹਨਾਂ ਦੇ ਵਾਸਤੇ to our biological brothers and sisters and uncles and aunts and others. ਔਰ ਹੋਰ ਜਿਹੜੇ ਸਾਡੇ ਹੈਗੇ ਆ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਆ ਜਿਹੜੇ ਸਾਡੇ ਭੈਣ ਭਾਈ ਹੁੰਦੇ ਜਾਂ ਜਿਹੜੇ ਦੂਰ ਦੇ ਹੁੰਦੇ ਆ Even if they're not believers. ਭਾਵੇਂ ਉਹ ਮਸੀਹ ਦੇ ਵਿੱਚ ਨਾ ਵੀ ਹੋਣ In particular if they're not believers. ਔਰ ਖਾਸ ਕਰਕੇ ਜੋ ਉਹ ਮਸੀਹ ਦੇ ਵਿੱਚ ਨਹੀਂ ਹੈਗੇ This applies to our friends, it applies to our neighbors. ਔਰ ਉਹ ਕਿ ਜਿਹੜੇ ਸਾਡੇ ਕੋਈ ਸੱਜਣ ਮਿੱਤਰ ਹੈਗੇ ਆ ਜਾਂ ਜਿਹੜੇ ਸਾਡੇ ਆਂਢੀ ਗੁਆਂਢੀ ਆ। Jesus said in Mark chapter 12 verse 29, ਔਰ ਮਾਰਕ 12:7 ਵਿੱਚ ਕਿਹਾ he said that the greatest command is to love the Lord our God with all our heart, soul, mind and strength. ਔਰ ਪ੍ਰਭੂ ਨੇ ਕਿਹਾ ਕਿ ਇਸ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈਗਾ
ਕਿ ਜਿਹੜਾ ਕਿ ਇਨਸਾਨ ਆ ਉਹ ਆਪਣੇ ਗੁਆਂਢੀ ਨੂੰ ਆਪਣੇ ਪੂਰੇ ਦਿਲ ਮਨ ਦੇ ਨਾਲ ਪਿਆਰ ਕਰੇ। And then he said in verse 31 ਔਰ 31 ਚ ਕਿਹਾ that the second greatest command ਔਰ ਜਿਹੜਾ ਦੂਸਰਾ ਵੱਡਾ is ਹੁਕਮ ਹੈਗਾ that you shall love your neighbor as yourself. ਕਹਿੰਦਾ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। And who's our neighbor? ਔਰ ਸਾਡਾ ਗੁਆਂਢੀ ਕੌਣ ਆ? In Luke 10, verse 30 to 37, we are taught through the parable of the Good Samaritan that anybody who crosses our path who is in need is our neighbor. ਔਰ ਲੂਕ 10 ਵਿੱਚ ਕੀ ਕਹਿੰਦਾ ਕਿ ਜਿਹੜਾ ਅੱਛਾ ਸਾਮਰੀ ਆ ਉਹ ਕੀ ਦੇਖਦਾ ਕਿ ਜਿਹੜਾ ਕੋਈ ਜ਼ਰੂਰਤਮੰਦ ਲੋਕ ਕੋਈ ਵੀ ਇਨਸਾਨ ਆ ਉਹ ਉਹਦਾ ਗੁਆਂਢੀ ਆ। So we are to love all people. ਔਰ ਸਾਨੂੰ ਲੋੜ ਆ ਕਿ ਅਸੀਂ ਸਾਰੇ ਲੋਕਾਂ ਨੂੰ ਪਿਆਰ ਕਰਨ ਵਾਲੇ ਹੋਈਏ। But you say, look, I can't. ਔਰ ਤੁਸੀਂ ਕਹਿ ਸਕਦੇ ਕਿ I ਨਹੀਂ ਇਦਾਂ ਹੋ I ਸਕਦਾ can't do that. ਔਰ ਮੈਂ ਇਹ ਨਹੀਂ ਕਰ ਸਕਦਾ। But because many of those people have become my enemies because I'm a Christian and they have rejected me. ਔਰ ਕਿਉਂਕਿ ਹੁਣ ਜਦੋਂ ਖਾਸ ਕਰਕੇ ਮੈਂ ਮਸੀਹ ਦੇ ਵਿੱਚ ਆ ਗਿਆ ਤੇ ਬਹੁਤ ਹੁਣ ਮੇਰੇ ਲੋਕ ਮੇਰਾ ਇਨਕਾਰ ਕਰਦੇ ਆ, ਮੇਰੇ ਦੁਸ਼ਮਣ ਬਣ ਗਏ ਆ। Yes, that may be true. ਹੋ ਸਕਦਾ ਹਾਂ ਸੱਚੀ ਗੱਲ ਹੋਵੇ। Jesus did say that there'll be divisions in families. ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਹਾਂ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜੀ ਜੁਦਾਈ ਆਊਗੀ Between son and father, daughter and mother and so on. For Or- my sake, he said. ਔਰ ਪ੍ਰਭੂ ਨੇ ਕਿਹਾ ਕਿ ਮੇਰੀ ਖਾਤਰ ਜਿਹੜੀ ਜੁਦਾਈ ਆਜੂਗੀ ਪਿਓ ਪੁੱਤਰ ਦੇ ਵਿੱਚ ਜਾਂ ਪਿਓ ਧੀ ਦੇ ਵਿੱਚ ਜਾਂ ਜਿਹੜੇ ਹੋਰ ਰਿਸ਼ਤੇ ਘਰ ਦੇ ਵਿੱਚ ਹੈਗੇ ਆ। Some will persecute you, reject you, leave you because of your faith. ਔਰ ਤੁਹਾਡੇ ਵਿਸ਼ਵਾਸ ਦਾ ਕਰਕੇ ਕੋਈ ਤੁਹਾਡਾ ਇਨਕਾਰ ਕਰ ਦੂਗਾ, ਤੈਨੂੰ ਛੱਡ ਦੂਗਾ, ਤੈਨੂੰ ਕੋਈ ਤਿਆਗ ਦੂਗਾ Because you've left your old religion. ਕਿਉਂਕਿ ਤੁਸੀਂ ਜਿਹੜਾ ਆਪਣਾ ਪੁਰਾਣਾ ਧਰਮ ਸੀਗਾ ਉਹਨੂੰ ਤੁਸੀਂ ਛੱਡ ਦਿੱਤਾ। And that's painful and it can hurt. ਔਰ ਇਹ ਬਹੁਤ ਕਈ ਵਾਰੀ ਸਹਿਣਾ ਮੁਸ਼ਕਲ ਹੁੰਦਾ ਆ, ਬੜਾ ਦੁੱਖ ਵਾਲਾ ਹੁੰਦਾ ਆ। But Jesus said, didn't he, that even if our enemies hate us, what are we to do? Matthew 5 verse 44, we are to love our enemies. ਪਰ ਪ੍ਰਭੂ ਨੇ ਕੀ ਕਿਹਾ ਸਾਨੂੰ ਕਿ ਭਾਵੇਂ ਜਿਹੜੇ ਸਾਡਾ ਦੁਸ਼ਮਣ ਹੀ ਹੋਵੇ ਮਤੀ 5:44 ਦੇ ਵਿੱਚ ਕਿ ਅਸੀਂ ਉਹਨਾਂ ਨੂੰ ਵੀ ਪਿਆਰ ਕਰਨਾ In ਹੈ। other words, they may hate us, but we are not to hate back. ਮਤਲਬ ਕਿ ਉਹ ਭਾਵੇਂ ਸਾਨੂੰ ਜਿਹੜੇ ਦੁਸ਼ਮਣ ਹੈ ਸਾਨੂੰ ਨਫ਼ਰਤ ਵੀ ਕਰਨ ਪਰ ਅਸੀਂ ਫਿਰ ਵੀ ਉਹਨਾਂ ਨੂੰ ਪਿਆਰ ਕਰਨਾ ਹੈ। Don't hold bitterness or grudges in your heart. ਕਿ ਤੁਸੀਂ ਆਪਣੇ ਦਿਲਾਂ ਦੇ ਵਿੱਚ ਜਿਹੜੀ ਨਫ਼ਰਤ ਆ ਕੜਤਣ ਆ ਉਹਨੂੰ ਬਣਾ ਕੇ ਨਹੀਂ ਰੱਖਣਾ। But you say, look, I've tried to love them. ਔਰ ਤੁਸੀਂ ਕਹਦੇ ਹਾਂ ਕਿ ਮੈਂ ਤਾਂ ਬਹੁਤ ਪੂਰੀ ਕੋਸ਼ਿਸ਼ ਕੀਤੀ ਪਿਆਰ ਕਰਨ But ਦੀ still they don't want to know me or speak to me or meet me. ਔਰ ਫਿਰ ਵੀ ਉਹ ਮੈਂ ਕੋਸ਼ਿਸ਼ ਕਰਨ ਦੇ ਬਾਅਦ ਵੀ ਜੀ ਉਹ ਮੇਰੇ ਨਾਲ ਰਿਸ਼ਤਾ ਠੀਕ ਨਹੀਂ ਰੱਖਣਾ ਚਾਹੁੰਦੇ, ਨਹੀਂ ਗੱਲਬਾਤ ਕਰਨੀ ਚਾਹੁੰਦੇ। Romans chapter 12 is helpful here, verse 17 to 19. ਜਿਹੜਾ ਰੋਮਨ ਦੀ ਕਿਤਾਬ ਹੈ ਉਹਦਾ 12 ਅਧਿਆਇ 17 ਤੋਂ 19 ਵਿੱਚ Verse 17 says this, repay no one evil for evil. ਔਰ ਇੱਥੇ ਕਹਿੰਦਾ ਕਿ ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਨਾ ਕਰੋ। But verse 18 says this, 18 ਆਇਤ ਵਿੱਚ if it is possible, as much as depends on you, live peaceably with all men. ਕਹਿੰਦਾ ਕਿ ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। So we are to be at peace with all men. ਔਰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਸਾਡੀ ਸ਼ਾਂਤੀ ਮੇਲ ਮਿਲਾਪ ਆ ਸਾਰੇ ਲੋਕਾਂ ਦਾ ਜਿੰਨਾ ਵੀ ਹੋ ਸਕੇ ਬਣਿਆ ਰਹੇ As far as possible. ਜਿੱਥੋਂ ਤੱਕ ਸਾਡੀ ਵਾਹ ਲੱਗਦੀ ਆ। Sometimes we want to be at peace with others, but they don't want to be at peace with us. ਕਈ ਵਾਰੀ ਅਸੀਂ ਚਾਹੁੰਦੇ ਹੁੰਦੇ ਕਿ ਹਾਂ ਜਿਹੜੀ ਸਾਡੀ ਸ਼ਾਂਤੀ ਆ ਲੋਕਾਂ ਦੇ ਨਾਲ ਬਣੀ ਰਹੇ ਪਰ ਉਹ ਨਹੀਂ ਸ਼ਾਂਤੀ ਬਣਾ ਕੇ ਰੱਖਣਾ In that ਚਾਹੁੰਦੇ। situation, ਉਸ ਹਾਲਾਤ ਦੇ it ਵਿੱਚ says, as far as is possible, do you do your part? ਔਰ ਉੱਥੇ ਸਿਰਫ ਤੁਸੀਂ ਜੋ ਵੀ ਆਪਣੀ ਵੱਲੋਂ ਕਰ ਸਕਦੇ ਆ ਤੁਸੀਂ ਉਹਨਾਂ ਜ਼ਰੂਰ ਕਰੋ। And if they still don't want to know you, ਔਰ ਜੇ ਫਿਰ ਵੀ ਉਹ ਨਹੀਂ ਬਿਲਕੁਲ ਤੈਨੂੰ ਜਾਣਨਾ ਚਾਹੁੰਦੇ well, just pray for them. ਔਰ ਫਿਰ ਉਹਨਾਂ ਦੇ ਵਾਸਤੇ ਪ੍ਰਾਰਥਨਾ ਕਰ ਸਕਦੇ Don't take revenge. ਔਰ ਬਦਲਾ ਨਾ ਲਿਆ ਜਾਵੇ। Verse 19, and when opportunity allows, verse 21, repay evil with good. ਔਰ ਫਿਰ ਕਹਿੰਦਾ ਕਿ ਜਦੋਂ ਕੋਈ ਮੌਕਾ ਆਵੇ ਤੇ ਉਹ ਬੁਰਾਈ ਨਾਲ ਨਹੀਂ ਸਗੋਂ ਭਲਾਈ ਨਾਲ ਉਹਨਾਂ ਨੂੰ ਜਿੱਤ ਲੈਣਾ। From their side, they don't want to know us. ਉਹ ਆਪਣੀ ਵੱਲੋਂ ਤੇ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਦੇ ਨਾਲ ਕੋਈ ਗੱਲ ਰੱਖੀਏ But from our side, we are to be right with everyone as far as that is possible. ਪਰ ਅਸੀਂ ਆਪਣੀ ਵੱਲੋਂ ਕੋਸ਼ਿਸ਼ ਕਰੀਏ ਜਿੱਥੋਂ ਤੱਕ ਸਾਡੀ ਵਾਹ ਲੱਗਦੀ ਹੈ। And we should never allow bitterness to take root in our hearts. ਔਰ ਅਸੀਂ ਕਦੀ ਵੀ ਆਪਣੇ ਦਿਲਾਂ ਦੇ ਵਿੱਚ ਜਿਹੜੀ ਕੜਤਣ ਆ ਉਹ ਸਾਂਭ ਕੇ ਨਾ ਰੱਖੀਏ। My wife recently posted something on social media. ਭਾਈ ਕਹਿੰਦੇ ਕਿ ਇਹਨੇ ਪਤਨੀ ਨੇ ਕੁਛ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਕੁਝ ਪਾਇਆ। It was about Corrie ten Boom. Corrie ten Boom. ਕੋਰੀ ਟੈਨ ਬੂਮ ਬਾਰੇ ਸੀ। She was a Dutch Christian ਔਰ ਉਹ ਡੱਚ ਦੀ ਕ੍ਰਿਸਚੀਅਨ ਸੀ who lived during the Second World War.
ਜੋ ਦੂਸਰੀ ਲੜਾਈ ਦਾ ਸਮਾਂ ਦੁਨੀਆ ਦਾ ਉਹਦੇ ਵਿੱਚ ਸੀ। And their family hid Jewish people from the Nazis who were persecuting them. ਔਰ ਜਿਹੜੇ ਸੀਗੇ ਉਸ ਸਮੇਂ ਨਾਜ਼ੀ ਦੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਯਹੂਦੀ ਸੀ ਉਹਨਾਂ ਨੂੰ ਉਹ ਬਚਾ ਕੇ ਰੱਖਿਆ ਸੀ ਉਹ ਤੋਂ। They were caught ਉਹ ਫੜੇ ਗਏ and put into prison, into a concentration camp. ਔਰ ਜਿਹੜਾ ਉੱਥੇ ਕੈਂਪ ਸੀ ਲੱਗਿਆ ਹੋਇਆ ਉਹਦੇ ਵਿੱਚ ਉਹਨਾਂ ਨੂੰ ਉੱਥੇ ਰੱਖਿਆ। She said in the concentration camp they were stripped of all their clothing. ਔਰ ਉੱਥੇ ਫਿਰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਉਹਨਾਂ ਦੇ ਨਾਲ ਜਿਹੜਾ ਬਦਸਲੂਕੀ ਜਾਂ ਭੈੜਾ ਵਰਤਾਓ ਸੀਗਾ ਕਿ ਇੱਥੋਂ ਤੱਕ ਕਿ ਉਹਨਾਂ ਦੇ ਕੱਪੜੇ ਸਾਰੇ ਤਾਰੇ ਗਏ। She had to stand naked. ਔਰ ਉਹਨੂੰ ਉੱਥੇ ਕੱਪੜਿਆਂ ਤੋਂ ਬਗੈਰ ਉੱਥੇ ਖੜੇ ਹੋਣਾ She ਪਿਆ। told her sister, I can't bear this. ਔਰ ਉਹਨੇ ਕਿਹਾ ਆਪਣੀ ਭੈਣ ਨੂੰ ਕਿ ਇਹ ਮੇਰੇ ਸਹਿਣਾ ਜਿਹੜਾ ਬੜਾ ਮੁਸ਼ਕਿਲ ਹੈ। Then she thought of Jesus ਔਰ ਫਿਰ ਉਹਨੇ ਪ੍ਰਭੂ ਯਿਸੂ ਮਸੀਹ ਦੇ ਬਾਰੇ on the ਸੋਚਿਆ, cross, ਜੋ ਮਸੀਹ ਨੇ ਸਲੀਬ ਤੇ whose ਦੇਖਿਆ। garments were taken and he hung naked on the cross. ਉਹ ਕਿ ਜਦੋਂ ਜਿਹੜੇ ਉਹਦੇ ਪ੍ਰਭੂ ਦੇ ਕੱਪੜੇ ਲਾਏ ਔਰ ਉਹਨੂੰ ਜਦੋਂ ਸਲੀਬ ਤੇ ਟੰਗਿਆ। And she knew that Jesus hung there for her sin. ਔਰ ਫਿਰ ਉਹਨੇ ਖਿਆਲ ਕੀਤਾ, ਯਾਦ ਕੀਤਾ ਕਿ ਮੇਰੇ ਪਾਪਾਂ ਦੀ ਖਾਤਰ ਪ੍ਰਭੂ ਯਿਸੂ ਮਸੀਹ ਵੀ ਕੱਪੜਿਆਂ ਤੋਂ ਬਗੈਰ ਕਿਸ ਤਰ੍ਹਾਂ ਟੰਗਿਆ And ਗਿਆ। her suffering was only a fraction of what Jesus suffered. ਔਰ ਫਿਰ ਉਹਨੇ ਕਿਹਾ ਕਿ ਜਿਹੜੇ ਮੇਰੇ ਫਿਰ ਦੁੱਖ ਸੀਗੇ ਉਹ ਤਾਂ ਬਹੁਤ ਛੋਟੇ ਸੀਗੇ, ਥੋੜੇ ਸੀਗੇ ਜਦੋਂ ਪ੍ਰਭੂ ਯਿਸੂ ਮਸੀਹ ਦੇ ਦੁੱਖਾਂ ਵੱਲ ਦੇਖਿਆ। Her sister died in the camp, ਔਰ ਜਿਹੜੀ ਉਹਦੀ ਭੈਣ ਸੀਗੀ ਉਹ ਉਸ ਕੈਂਪ ਦੇ ਵਿੱਚ ਮਰ but ਗਈ she eventually got out. ਔਰ ਫਿਰ ਉੱਥੋਂ ਹੌਲੀ ਹੌਲੀ ਉੱਥੋਂ ਬਾਹਰ ਆ ਗਈ। And then she met a man ਔਰ ਫਿਰ ਉਹ ਕਿਸੇ ਮਨੁੱਖ ਨੂੰ ਮਿਲੀ many years later ਬਹੁਤ ਸਾਲ ਬਾਅਦ who came up to her and said, "Hello, Mrs. Boom." ਔਰ ਫਿਰ ਉਹਨੇ ਉਹਨੂੰ ਕਿਹਾ ਕਿ ਹਾਂ ਮਿਸਿਸ ਬੂਮ ਕਿੱਦਾਂ। She recognized him as one of the Nazi prison guards, overseers. ਔਰ ਉਹ ਕੌਣ ਸੀਗਾ ਕਿ ਜਦੋਂ ਉਹ ਕੈਂਪ ਦੇ ਸੀਗੀ ਉੱਥੇ ਜਿਹੜਾ ਪਹਿਰੇਦਾਰ ਸੀਗਾ ਉਹ ਉੱਥੇ ਸੀਗਾ। He was one of the cruelest guards. ਔਰ ਉਹ ਕਿ ਜਿਹੜਾ ਇੱਕ ਬਹੁਤ ਜਿਹੜਾ ਬੁਰੇ ਸੁਭਾਅ ਦਾ ਸੀਗਾ ਜਿਹੜਾ ਪਹਿਰੇਦਾਰ ਸੀ ਉਸ The man said, "I am now a Christian." ਔਰ ਉਸ ਮਨੁੱਖ ਨੇ ਕੀ ਕਿਹਾ ਕਿ ਹੁਣ ਮੈਂ ਕ੍ਰਿਸਚਨ ਹਾਂ, ਹੁਣ ਮੈਂ ਮਸੀਹ ਦੇ ਵਿੱਚ ਆ I ਗਿਆ। have found Jesus. I know all my sins are forgiven. ਔਰ ਉਹਨੇ ਫਿਰ ਦੱਸਿਆ ਕਿ ਹਾਂ ਕਿ ਮੈਂ ਪ੍ਰਭੂ ਯਿਸੂ ਮਸੀਹ ਨੂੰ ਪਾ ਲਿਆ ਔਰ ਜਿਹੜੇ ਮੇਰੇ ਪਾਪ ਆ ਸਾਰੇ ਮਾਫ ਹੋ All ਗਏ। the cruelties I did, I know they're forgiven. ਔਰ ਜੋ ਵੀ ਜਿਹੜੀ ਬੁਰਾਈ ਮੈਂ ਕੀਤੀ ਉਸ ਸਮੇਂ ਸਾਰੀ ਉਹ ਮੈਨੂੰ ਉਹ ਤੋਂ ਮਾਫੀ And then ਮਿਲੀ। he asked Corrie ten Boom to forgive him. ਔਰ ਫਿਰ ਉਹਨੇ ਕੋਰੀ ਟਨ ਬੂਮ ਨੂੰ ਵੀ ਕਿਹਾ ਕਿ ਤੂੰ ਮੈਨੂੰ ਮਾਫੀ ਦੇ, ਮੈਨੂੰ ਮਾਫ ਕਰ। She says, I could not forgive him. ਔਰ ਉਹ ਕਹਿੰਦੀ ਕਿ ਮੈਨੂੰ ਬਹੁਤ ਮੁਸ਼ਕਿਲ ਲੱਗਾ ਉਹਨੂੰ ਮਾਫ ਕਰਨਾ, ਮੈਂ ਮਾਫ ਨਹੀਂ ਕਰ ਸਕੀ। She remembers how he had a hand in the sufferings of her sister who died in the prison. ਔਰ ਕਿਉਂਕਿ ਉਹਨੂੰ ਯਾਦ ਸੀਗਾ ਕਿਸ ਤਰ੍ਹਾਂ ਕਿ ਜਿਹੜੀ ਉਹਦੀ ਭੈਣ ਹੈ ਜਦੋਂ ਉਸ ਕੈਂਪ ਦੇ ਜੇਲ੍ਹ ਦੇ ਵਿੱਚ ਸੀਗੀ ਕਿਸ ਤਰ੍ਹਾਂ ਉਹ ਉੱਥੇ ਮਰ ਗਈ She ਸੀ। said, I could only hate. ਔਰ ਉਹ ਕਹਿੰਦੀ ਕਿ ਹੁਣ ਮੈਂ ਸਿਰਫ ਨਫ਼ਰਤ ਹੀ ਕਰ ਸਕਦੀ ਹਾਂ। But then she remembered Romans 5 verse 5. ਔਰ ਫਿਰ ਉਹਨੂੰ ਯਾਦ ਆਏ ਪ੍ਰਭੂ ਦੇ ਜਿਹੜੇ ਵਚਨ ਰੋਮਨ 5:5 ਦੇ ਵਿੱਚੋਂ That the love of God has been shed abroad in our hearts by the Holy Spirit. ਔਰ ਉੱਥੇ ਕੀ ਕਿਹਾ ਕਿ ਜਿਹੜਾ ਪਿਆਰ ਆ ਪਰਮੇਸ਼ਰ ਦਾ ਉਹ ਸਾਡੇ ਦਿਲਾਂ ਦੇ ਵਿੱਚ ਵਹਾਇਆ And ਗਿਆ। then she thanked God that God's love is stronger than her hatred. ਔਰ ਫਿਰ ਉਹਨੂੰ ਪਤਾ ਲੱਗਾ ਕਿ ਸੱਚਮੁੱਚ ਜਿਹੜਾ ਪਰਮੇਸ਼ਰ ਦਾ ਪਿਆਰ ਆ ਉਹ ਜ਼ਿਆਦਾ ਮਜ਼ਬੂਤ ਆ, ਜ਼ਬਰਦਸਤ ਆ ਬਜਾਏ ਉਹਦੀ ਜਿਹੜੀ ਨਫ਼ਰਤ ਨਾਲ। And she took his hand and shook it and said, "Brother," ਔਰ ਫਿਰ ਉਹਨੇ ਉਸ ਜਿਹੜਾ ਗਾਰਡ ਸੀਗਾ ਪਹਿਲੇ ਉਹਦਾ ਹੱਥ ਲਿਆ recognize him as a brother in the Lord. ਔਰ ਉਹਨੇ ਕਦਰ ਕੀਤੀ ਕਿ ਹਾਂ ਇਹ ਪ੍ਰਭੂ ਦੇ ਵਿੱਚ ਮੇਰਾ ਹੁਣ ਭਾਈ ਆ। And she felt the love of God in her heart. ਔਰ ਉਹਨੇ ਪ੍ਰਭੂ ਦਾ ਪਿਆਰ ਆਪਣੇ ਦਿਲ ਵਿੱਚ ਵੀ ਮਹਿਸੂਸ ਕੀਤਾ We cannot naturally forgive. ਕਿ ਉਹ ਕਿ ਜਦੋਂ ਅਸੀਂ ਕਈ ਵਾਰੀ ਆਮ ਤੌਰ ਤੇ ਮਾਫ ਨਹੀਂ ਕਰ ਸਕਦੇ We naturally resent. ਔਰ ਅਸੀਂ ਕਈ ਵਾਰੀ ਉਹਦਾ ਸਾਹਮਣਾ ਕਰਦੇ ਹਾਂ, But God's love in Christ ਪਰ ਪਰਮੇਸ਼ਰ ਦਾ ਪਿਆਰ ਜੋ ਮਸੀਹ ਦੇ ਵਿੱਚ can enable us to do what we naturally cannot do, and that is love our enemies. ਔਰ ਉਹ ਫਿਰ ਸਾਨੂੰ ਇਸ ਯੋਗ ਬਣਾ ਦਿੰਦਾ ਆ ਜਿਹੜੇ ਅਸੀਂ ਆਮ ਤੌਰ ਤੇ ਨਹੀਂ ਕਰ ਸਕਦੇ, ਜੋ ਕਿ ਜਿਹੜਾ ਵੈਰੀ ਹੁੰਦਾ ਉਹਨੂੰ ਦੁਸ਼ਮਣ ਨੂੰ ਪਿਆਰ ਕਰਨਾ This ਔਖਾ is the ਹੈ। mark of a healthy Christian. ਔਰ ਇਹ ਨਿਸ਼ਾਨ ਹੈਗਾ ਆ
ਕਿ ਜੇ ਅਸੀਂ ਕਹੀਏ ਕਿ ਆਤਮਿਕ ਤੌਰ ਤੇ ਅਸੀਂ ਚੰਗੀ ਤੰਦਰੁਸਤ ਹਾਂ, But the Bible also talks about loving our brothers and sisters in Christ. ਔਰ ਪ੍ਰਭੂ ਦਾ ਜਿਹੜਾ ਵਚਨ ਆ ਉਹ ਇਹ ਵੀ ਸਾਨੂੰ ਦੱਸਦਾ ਕਿ ਅਸੀਂ ਜਿਹੜੇ ਮਸੀਹ ਦੇ ਵਿੱਚ ਭੈਣ ਭਾਈ ਹੈਗੇ ਆ ਉਹਨਾਂ ਨੂੰ ਪਿਆਰ There's ਕਰਨਾ। lots of verses about this. ਔਰ ਬਹੁਤ ਸਾਰੀਆਂ ਐਤਾਂ ਹੈਗੀਆਂ ਪ੍ਰਭੂ ਦੇ ਵਚਨ ਦੇ ਸਾਨੂੰ Jesus ਮਿਲਦੀਆਂ। says, a new command I give it to you, that you love one another. ਔਰ ਪ੍ਰਭੂ ਨੂੰ ਕਿਹਾ ਕਿ ਮੈਂ ਤੈਨੂੰ ਇੱਕ ਨਵਾਂ ਹੁਕਮ ਦਿੰਦਾ ਕਿ ਤੁਸੀਂ ਇੱਕ ਦੂਸਰੇ ਨਾਲ ਪਿਆਰ ਕਰਨਾ ਆ। 1 John is very strong on this. ਔਰ ਇਹ ਜਿਹੜਾ ਪਹਿਲਾ ਯਹੋਨਾ ਉਹਦੇ ਖਾਤੇ ਦੇ ਵਿੱਚ In 1 John chapter 4 and verse 20, ਔਰ ਜਿਹੜਾ ਪਹਿਲਾ ਯਹੋਨਾ ਦਾ ਖਾਤ ਉਹਦਾ it says 4 this, ਤੇ if 20 someone says, I love God and hates his brother, he is a liar, for he who does not love his brother whom he has seen, how can he love God whom he has not seen? ਔਰ ਪਹਿਲਾ ਯਹੋਨਾ 4 ਉਹਦੀ 20 ਐਤ ਕਹਿੰਦਾ ਜੇ ਕੋਈ ਆਖੇ ਮੈਂ ਪਰਮੇਸ਼ਰ ਨਾਲ ਪ੍ਰੇਮ ਰੱਖਦਾ ਹਾਂ ਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂ ਜੋ ਆਪਣੇ ਭਰਾ ਨੂੰ ਜਿਸ ਨੂੰ ਉਹਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਰ ਨਾਲ ਜਿਸ ਨੂੰ ਉਹਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸਕਦਾ। This is a searching text. ਔਰ ਇਹ ਜਿਹੜੀ ਐਤ ਆ ਸਾਡੇ ਇੱਕ ਖੋਜ ਕਰਨ ਵਾਲੀ ਐਤ ਆ। This is saying, ਇਹ ਕਹਿ ਰਿਹਾ another passage is in 1 John, ਔਰ ਹੋਰ ਜਗ੍ਹਾ ਦੇ ਵਿੱਚ ਯਹੋਨਾ ਦੇ ਵਿੱਚ how can we measure how much a person loves God, how much we love God? ਔਰ ਕਹਿੰਦਾ ਕਿ ਮੈਂ ਕਿਸ ਤਰ੍ਹਾਂ ਅਸੀਂ ਨਾਪ ਸਕਦੇ ਹਾਂ ਕਿ ਕਿੰਨਾ ਕੁ ਪਰਮੇਸ਼ਰ ਦੇ ਵਾਸਤੇ ਅਸੀਂ ਪਿਆਰ ਰੱਖਦੇ It's ਹਾਂ। by measuring how much you love your brothers and sisters. ਔਰ ਉੱਥੋਂ ਦੇਖਿਆ ਜਾਂਦਾ ਕਿ ਕਿੰਨਾ ਕਿ ਅਸੀਂ ਆਪਣੇ ਜਿਹੜੇ ਮਸੀਹੀ ਭੈਣ ਭਾਈ ਉਹਨਾਂ ਨੂੰ ਪਿਆਰ ਕਰਦੇ ਹਾਂ In Christ. ਮਸੀਹ ਦੇ ਵਿੱਚ। This doesn't mean you'll always agree. ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਸਹਿਮਤੀ ਹੋਣਾ ਆ। And God has given ways of sorting issues out between brothers and sisters in the Bible. ਔਰ ਪ੍ਰਭੂ ਦੇ ਵਚਨ ਜਿਹੜੇ ਆ ਉਹਨੇ ਸਾਨੂੰ ਹਦਾਇਤਾਂ ਦਿੱਤੀਆਂ ਕਿ ਇਸ ਤਰ੍ਹਾਂ ਅਸੀਂ ਇੱਕ ਦੂਸਰੇ ਦੇ ਨਾਲ ਜਿਹੜੇ ਸਹਿਮਤ ਨਾ ਹੋਈਏ ਫਿਰ ਵੀ ਅਸੀਂ ਕਿੱਦਾਂ ਠੀਕ ਹੋਣਾ ਆ। And telling how we can be reconciled. ਔਰ ਕਿ ਕਿਸ ਤਰ੍ਹਾਂ ਅਸੀਂ ਇੱਕ ਦੂਸਰੇ ਦੇ ਨਾਲ ਮੇਲ ਮਿਲਾਪ ਰੱਖ ਸਕਦੇ ਹਾਂ। But the mark of a healthy Christian ਪਰ ਜਿਹੜਾ ਨਿਸ਼ਾਨ ਆ ਇੱਕ ਆਤਮਿਕ ਤੌਰ ਤੇ ਤੰਦਰੁਸਤ ਹੋਣ is ਦਾ that we maintain a right relationship with all people and especially our brothers and sisters in Christ. ਔਰ ਕਹਿੰਦਾ ਕਿ ਜਿੱਥੋਂ ਤੱਕ ਬਾਹਰ ਲੱਗ ਸਕੇ ਅਸੀਂ ਸਾਰਿਆਂ ਦੇ ਨਾਲ ਆਪਣਾ ਰਿਸ਼ਤਾ ਠੀਕ ਰੱਖੀਏ, ਖਾਸ ਕਰਕੇ ਜਿਹੜੇ ਪ੍ਰਭੂ ਦੇ ਵਿੱਚ ਸਾਡੇ ਭੈਣ ਭਾਈ ਹੈ। And if you're the type of person who's always falling out with people, ਔਰ ਜੇ ਤੁਸੀਂ ਇਸ ਤਰ੍ਹਾਂ ਦੇ ਇਨਸਾਨ ਹੈਗੇ ਆ ਕਿ ਤੁਸੀਂ ਬਹੁਤ ਜਲਦੀ ਲੋਕਾਂ ਦੇ ਨਾਲ ਵਿਗੜ ਜਾਂਦੇ ਆ with your spouse, with your family, ਕਿ ਜਿਹੜਾ ਤੁਹਾਡਾ ਜੀਵਨ ਸਾਥੀ ਆ ਜਾਂ ਜਿਹੜਾ ਤੁਹਾਡੇ ਪਰਿਵਾਰ ਦੇ ਲੋਕ ਆ with believers, ਔਰ ਜਿਹੜੇ ਮਸੀਹੀ ਲੋਕ ਉਹਨਾਂ and ਦੇ you ਨਾਲ can't settle in a church anywhere and you go from one place to another because you constantly fall out. ਔਰ ਤੁਸੀਂ ਕਦੀ ਵੀ ਇੱਕ ਚਰਚ ਦੇ ਵਿੱਚ ਸੈਟਲ ਨਹੀਂ ਹੁੰਦੇ, ਇੱਕ ਚਰਚ ਦੇ ਵਿੱਚ ਕੁਝ ਹੋਇਆ ਉੱਥੋਂ ਚੱਲ ਗਿਆ Then I ਹੋਰ am ਕੁਝ ਹੋਇਆ sorry, but no matter how much you say you love God, ਪਰ ਇਹ ਗੱਲ ਕਹਿ ਸਕਦੇ ਆ ਕਿ ਭਾਵੇਂ ਤੁਸੀਂ ਜਿੰਨਾ ਵੀ ਮਰਜ਼ੀ ਕਹੋ ਕਿ ਬਹੁਤ ਤੁਹਾਨੂੰ ਪਿਆਰ ਆ ਪਰਮੇਸ਼ਰ ਦੇ ਨਾਲ, you are spiritually unhealthy and you need to work on this area. ਔਰ ਫਿਰ ਕਹਿ ਸਕਦੇ ਹਾਂ ਕਿ ਜਿਹੜੀ ਆਤਮਿਕ ਤੌਰ ਤੇ ਜਿਹੜੀ ਤੁਹਾਡੀ ਸਿਹਤ ਆ ਤੁਸੀਂ ਤੰਦਰੁਸਤ ਨਹੀਂ, ਤੁਹਾਨੂੰ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਆ। So, how can we tell we are healthy Christians? ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਾਂ ਕਿ ਅਸੀਂ ਆਤਮਿਕ ਤੌਰ ਤੇ Do we ਤੰਦਰੁਸਤ have ਹਾਂ a right relationship with God and walk with Him? ਕਿ ਜੇ ਸਾਡਾ ਜਿਹੜਾ ਰਿਸ਼ਤਾ ਆ ਉਹ ਪਰਮੇਸ਼ਰ ਦੇ ਨਾਲ ਸਹੀ ਆ, ਅਸੀਂ ਉਸ ਦੇ ਨਾਲ ਚੱਲਦੇ ਹਾਂ। Do we have a right relationship with people? ਕੀ ਸਾਡਾ ਜਿਹੜਾ ਰਿਸ਼ਤਾ ਆ ਉਹ ਲੋਕਾਂ ਦੇ ਨਾਲ ਸਹੀ ਆ। Thirdly, ਤੀਸਰੀ do ਗੱਲ we have a right response to troubles and trials? ਕਿ ਕੀ ਜਦੋਂ ਜਿਹੜੀਆਂ ਕਈ ਵਾਰੀ ਮੁਸ਼ਕਲਾਂ ਮੁਸੀਬਤਾਂ ਆਉਂਦੀਆਂ ਆ ਕਿ ਉਹਨਾਂ ਦੇ ਵਿੱਚ ਸਾਡਾ ਕੀ ਰਵੱਈਆ ਹੁੰਦਾ ਹੈ। This is where sadly Christians often fail. ਔਰ ਕਈ ਵਾਰੀ ਫਿਰ ਜਿਹੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਮਸੀਹੀ ਲੋਕ ਆ ਇੱਥੇ ਆ ਕੇ ਹਾਰ I ਜਾਂਦੇ don't know why it is as Christians we feel that we deserve an easy life. ਔਰ ਕਈ ਵਾਰੀ ਕੀ ਹੁੰਦਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮਸੀਹ ਦੇ ਵਿੱਚ ਤੇ ਸਾਡਾ ਜੀਵਨ ਬਹੁਤ ਸੁਖੀ ਹੋਣਾ ਚਾਹੀਦਾ ਆ। Contrary to modern Christianity, Christians Or are not called to live an easy life. ਔਰ ਇਹ ਕਿ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਹਾਂ ਕਿ ਜਿਹੜਾ ਸਾਡਾ ਜਿਹੜਾ ਜੀਵਨ ਆ ਉਹ ਬਹੁਤ ਸੌਖਾ ਹੀ ਹੋਵੇ। The Christian life is a life of suffering. ਜਿਹੜਾ ਮਸੀਹੀ ਜੀਵਨ ਆ ਇਹ ਦੁੱਖਾਂ ਦਾ ਭਰਿਆ ਜੀਵਨ ਆ। And Satan has deceived people, believers, ਔਰ ਜਿਹੜਾ ਸ਼ੈਤਾਨ ਆ ਉਹ ਜਿਹੜੇ ਮਸੀਹੀ ਲੋਕ ਆ ਉਹਨਾਂ ਨੂੰ ਧੋਖੇ ਦਿੰਦਾ so ਆ that when suffering comes, ਕਿ ਜਦੋਂ ਜਿਹੜੇ ਦੁੱਖ ਆਉਂਦੇ ਆ Satan tells them, oh, you're a Christian, you don't deserve this. ਔਰ ਫਿਰ ਸ਼ੈਤਾਨ ਉਹਨਾਂ ਨੂੰ ਕਿਸ ਤਰ੍ਹਾਂ ਧੋਖੇ ਵਿੱਚ ਲੈ ਆਉਂਦਾ ਆ ਕਿ ਤੁਸੀਂ ਤੇ ਮਸੀਹ ਦੇ ਲੋਕ ਆ, ਤੁਸੀਂ ਇਹ ਕੋ ਸਾਹਮਣਾ Ah, ਕਰਦੇ look at how much God you've done for God, and look how God repays you. ਔਰ ਕੀ ਸ਼ੈਤਾਨ ਕਹਿੰਦਾ ਕਿ ਦੇਖੋ ਤੁਸੀਂ ਤੇ ਕਿੰਨਾ ਕੁਛ ਪ੍ਰਭੂ ਦੇ ਵਾਸਤੇ ਕਰ ਦਿੱਤਾ ਔਰ ਤਾਰ ਪ੍ਰਭੂ ਨੇ ਤੁਹਾਨੂੰ ਕੀ ਦਿੱਤਾ Leave him. ਔਰ ਉਹਨੂੰ ਛੱਡ ਦਿਓ। He's failed you. ਔਰ ਕਿਉਂਕਿ ਤੁਹਾਡੀ ਪ੍ਰਭੂ ਨੇ ਦੇਖਭਾਲ ਨਹੀਂ ਕੀਤੀ।
Jesus said in John chapter 16 verse 33, in this world you will have tribulations. ਔਰ ਕੀ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਦੇ ਵਿੱਚ ਯੋਹਨ 16:33 ਦੇ ਵਿੱਚ ਕਿ ਇਸ ਦੁਨੀਆ ਦੇ ਵਿੱਚ ਤੁਸੀਂ ਕਸ਼ਟ ਸਹਿਣੇ There'll ਆ be all sorts of tribulations. ਕਿ ਬਹੁਤ ਫਰਕ ਤਰ੍ਹਾਂ ਦੇ ਜਿਹੜੇ ਦੁੱਖ ਆ ਉਹ ਆਉਣਗੇ With our health, ਆਪਣੀ ਸਿਹਤ ਦੇ ਨਾਲ troubles in our homes, at ਸਾਡੇ school, at university, at work, in society. ਔਰ ਜਿਹੜੇ ਸਾਡੇ ਘਰਾਂ ਦੇ ਵਿੱਚ ਕਈ ਵੀ ਮੁਸ਼ਕਲਾਂ ਹੋਣ ਜਾਂ ਜਿਹੜੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ I have never ever met someone who is trouble free. ਔਰ ਕਦੇ ਵੀ ਮੈਂ ਉਹ ਕਿਸੇ ਨੂੰ ਨਹੀਂ ਮਿਲਿਆ ਕਿ ਜਿਹੜਾ ਕਹੀਏ ਕਿ ਹਾਂ ਕਿ ਉਹਦੇ ਕੋਲ And ਕੋਈ if you ਮੁਸ਼ਕਲ feel ਨਹੀਂ you're trouble free, then you're in trouble because there's trouble with your sin. You need to battle with it. ਔਰ ਜੇ ਤੁਸੀਂ ਕਹਿੰਦੇ ਕਿ ਹਾਂ ਮੈਨੂੰ ਤਾਂ ਕੋਈ ਵੀ ਮੁਸ਼ਕਲ ਨਹੀਂ ਹੈਗੀ ਫੇਰ ਕਹਿ ਸਕਦੇ ਹਾਂ ਕਿ ਜਿਹੜਾ ਪਾਪ ਆ ਪਾਪ ਦੇ ਤੁਹਾਡਾ ਜਿਹੜਾ ਕੰਮ ਆ ਉਹ ਚੱਲ ਰਿਹਾ ਉਹ ਤੋਂ ਤੁਹਾਨੂੰ ਧਿਆਨ ਦੇਣ ਦੀ Mark of a healthy Christian ਜਿਹੜਾ ਇੱਕ ਵਿਸ਼ਵਾਸੀ ਆਤਮਿਕ ਤੌਰ ਤੇ is that they ਤੰਦਰੁਸਤ ਆ respond correctly to trials and troubles and don't allow those troubles to overcome them so they forsake the Lord Jesus Christ. ਔਰ ਕੀ ਨਿਸ਼ਾਨ ਆ ਆਤਮਿਕ ਜਿਹੜਾ ਤੌਰ ਤੇ ਕੋਈ ਤੰਦਰੁਸਤ ਆ ਕਿ ਜਦੋਂ ਇਸ ਤਰ੍ਹਾਂ ਦੇ ਜਿਹੜੇ ਤਰਾ ਚੜਾ ਦੁੱਖਾਂ ਮੁਸੀਬਤਾਂ ਆਉਂਦੀਆਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਸਾਹਮਣਾ ਕੀਤਾ ਜਾਂਦਾ ਆ A healthy Christian does not love God conditionally. ਜਿਹੜਾ ਇੱਕ ਚੰਗਾ ਤੰਦਰੁਸਤ ਮਸੀਹੀ ਆ ਉਹ ਇਹ ਨਹੀਂ ਕਿ ਕੋਈ ਸ਼ਰਤਾਂ ਰੱਖ ਕੇ ਫੇਰ ਪ੍ਰਭੂ ਦੇ ਕੋਲ ਆਉਂਦਾ ਚੱਲਦਾ ਹੈ I'll only love God if I have no trouble, when things are well. ਔਰ ਮੈਂ ਸਿਰਫ ਉਦੋਂ ਹੀ ਪਰਮੇਸ਼ਰ ਨੂੰ ਪਿਆਰ ਕਰੂੰਗਾ ਜਦੋਂ ਸਾਰਾ ਕੁਝ ਠੀਕ ਠਾਕ ਹੋਊਗਾ But God, if you let me down and troubles come, I'm not going to love you. ਔਰ ਪ੍ਰਭੂ ਕਿ ਜੇ ਮੇਰੇ ਤੇ ਕੋਈ ਮੁਸ਼ਕਲ ਮੁਸੀਬਤ ਆਈ ਤੇ ਤੂੰ ਮੇਰਾ ਖਿਆਲ ਨਹੀਂ ਕੀਤਾ ਫਿਰ ਮੈਂ ਤੈਨੂੰ ਪਿਆਰ ਨਹੀਂ ਕਰਨਾ If that is how you function as a Christian, then I'm sorry to say you probably are not a Christian. ਔਰ ਜੇ ਜਿਹੜਾ ਤੁਹਾਡਾ ਕੋਈ ਰਵੱਈਆ ਤੁਹਾਡਾ ਸੁਭਾਅ ਇਸ ਤਰ੍ਹਾਂ ਦਾ ਆ ਤੇ ਫਿਰ ਦੁੱਖ ਵਾਲੀ ਗੱਲ ਹੈ ਕਿ ਕਹਿ ਸਕਦੇ ਹਾਂ ਕਿ ਤੁਸੀਂ ਮਸੀਹ ਦੇ ਵਿੱਚ ਨਹੀਂ ਹੈਗੇ Mark of a spiritually healthy Christian is they have a right attitude response to suffering. ਜਿਹੜਾ ਇੱਕ ਤੰਦਰੁਸਤ ਮਸੀਹੀ ਇਨਸਾਨ ਆ ਉਹਦਾ ਨਿਸ਼ਾਨ ਇਹ ਆ ਕਿ ਜਦੋਂ ਕੋਈ ਦੁੱਖ ਮੁਸੀਬਤਾਂ ਆਉਂਦੀਆਂ ਆ ਉਹ ਫਿਰ ਸੋਹਣੇ ਤਰੀਕੇ ਨਾਲ ਉਹਦਾ ਸਾਹਮਣਾ ਕਰਦਾ ਹੈ What's that right response? ਔਰ ਉਹ ਜਿਹੜਾ ਕੀ ਸਹੀ ਰਸਤਾ ਕਿਹੜਾ ਆ Very quickly. ਬਹੁਤ ਜਲਦੀ Firstly, they trust God no matter what the trouble, how intense the trial is. ਔਰ ਕੀ ਆ ਦੇਖਦੇ ਆ ਕਿ ਉਹਨਾਂ ਦਾ ਜਿਹੜਾ ਉਸ ਸਮੇਂ ਤੇ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਹੁੰਦਾ ਭਾਵੇਂ ਮੁਸੀਬਤ ਕਿੰਨੀ ਵੱਡੀ ਹੋਵੇ Last week we mentioned Job. ਪਿਛਲੇ ਹਫਤੇ ਜੋਬ ਦੀ ਗੱਲ ਕੀਤੀ Job said in Job 13 and verse 15, ਔਰ ਯੂਬ ਨੇ ਕੀ ਕਿਹਾ 13-15 ਦੇ ਵਿੱਚ though he slay me, yet will I trust him. ਪਰ ਕੀ ਕਹਿੰਦਾ ਯੋਬ ਨੇ ਕੀ ਕਿਹਾ ਕਿ ਭਾਵੇਂ ਪਰਮੇਸ਼ਰ ਮੈਨੂੰ ਆਪਣੇ ਕ੍ਰੋਧ ਥਲੇ ਜਾਂ ਡੰਡ ਲਾਵੇ ਫਿਰ ਵੀ ਮੈਂ ਉਹਨੂੰ ਪਿਆਰ I ਕਰਾਂਗਾ will trust no matter what happens. ਔਰ ਕਹਿੰਦਾ ਕਿ ਭਾਵੇਂ ਕੁਝ ਵੀ ਹੋਵੇ ਫਿਰ ਵੀ ਜਿਹੜਾ ਮੇਰਾ ਨਿੱਚਾ ਵਿਸ਼ਵਾਸ ਹੈ ਉਹ ਪਰਮੇਸ਼ਰ ਵਿੱਚ A ਹੋਵੇਗਾ healthy Christian knows God will never burden him beyond what he can bear. ਕਿ ਇੱਕ ਜਿਹੜਾ ਸੱਚੀ ਮੁੱਚੀ ਜਿਹੜਾ ਮਸੀਹੀ ਤੰਦਰੁਸਤ ਹੈ ਉਹ ਜਾਣਦਾ ਹੈ ਕਿ ਪਰਮੇਸ਼ਰ ਇੰਨਾ ਭਾਰ ਨਹੀਂ ਪਾਊਗਾ ਜਿੰਨਾ ਅਸੀਂ ਚੱਕ ਨਾ ਸਕੀਏ Nahum 1 verse 7 says the Lord is good, a stronghold in the day of trouble. ਔਰ ਕੀ ਦੇਖਦੇ ਹਾਂ ਕਿ ਪਰਮੇਸ਼ਰ ਵਿੱਚ ਕਹਿੰਦਾ ਕਿ ਜਿਹੜਾ ਮੈਨੂੰ ਪਰਮੇਸ਼ਰ ਸੰਭਾਲ ਕੇ ਰੱਖੂਗਾ ਜਦੋਂ ਮੇਰੇ ਤੇ ਕੋਈ ਦੁੱਖ ਆਊਗੇ They know that God will strengthen them in their trouble. ਔਰ ਕੀ ਦੇਖਦੇ ਹਾਂ ਕਿ ਉਹ ਜਾਣਦੇ ਆ ਸੱਚੇ ਮਸੀਹੀ ਲੋਕ ਕਿ ਪਰਮੇਸ਼ਰ ਉਹਨਾਂ ਨੂੰ ਦੁੱਖਾਂ ਵਿੱਚ ਸੰਭਾਲੂਗਾ Secondly, ਦੂਸਰੀ ਗੱਲ they accept the trial and know that God has a good purpose in it. ਔਰ ਫਿਰ ਉਹ ਇਸ ਗੱਲ ਨੂੰ ਮੰਨ ਲੈਂਦੇ ਕਬੂਲ ਕਰਦੇ ਕਿ ਹਾਂ ਕਿ ਸੱਚੀ ਮੁੱਚੀ ਇਹਨਾਂ ਦੁੱਖਾਂ ਦੇ ਵਿੱਚ ਵੀ ਪਰਮੇਸ਼ਰ ਦਾ ਕੋਈ ਇਰਾਦਾ ਹੈਗਾ And ਆ finally, they learn to be content. ਔਰ ਕੀ ਆ ਫਿਰ ਸਿੱਖ ਲੈਂਦੇ ਆ ਕਿ ਕਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਉਹਨਾਂ ਦੇ ਵਿੱਚ Paul said in Philippians chapter 4 verse 11, ਔਰ ਫਿਲਿੱਪੀਆਂ 4 ਜਿਹੜਾ ਪੌਲਸ ਕੀ ਕਹਿੰਦਾ ਆ he said, in whatever state I'm in, I've learned to be content. ਉਹ ਕੀ ਕਹਿੰਦਾ ਕਿ ਜਿਸ ਤਰ੍ਹਾਂ ਦੇ ਵੀ ਮੇਰੇ ਹਾਲਾਤ ਹੋਣ ਮੈਂ ਸਿੱਖ ਲਿਆ ਸੰਤੁਸ਼ਟ ਰਹਿਣਾ This is a healthy Christian ਔਰ ਇਹ ਹੈਗਾ ਆ ਕਿ ਜਿਹੜਾ ਮਸੀਹੀ ਤੰਦਰੁਸਤ who trusts firstly God in the trial. ਕਿ ਉਹ ਕਿ ਜਿਹੜਾ ਪਰਮੇਸ਼ਰ ਦੇ ਵਿੱਚ ਭਰੋਸਾ ਰੱਖਦਾ ਭਾਵੇਂ ਦੁੱਖ ਮੁਸੀਬਤਾਂ ਵੀ ਆਉਣ Who accepts God's purposes, some good purposes in the trial. ਔਰ ਕਿ ਪਰਮੇਸ਼ਰ ਦਾ ਜਿਹੜਾ ਨੇਕ ਇਰਾਦਾ ਆ ਉਹਨੂੰ ਪਤਾ ਆ ਕਿ ਹਾਂ ਕਿ ਪਰਮੇਸ਼ਰ ਦੇ ਨੇਕ ਇਰਾਦੇ ਆ And learns to be content
repent and uses that trial as a springboard to bring greater glory to God. ਔਰ ਉਹ ਕਿ ਜਦੋਂ ਫਿਰ ਉਹ ਸਿੱਖ ਲੈਂਦੇ ਆ ਕਿ ਹਾਂ ਕਿ ਦੁੱਖਾਂ ਦੇ ਵਿੱਚ ਵੀ ਅਸੀਂ ਰਹਿ ਕੇ ਪਰਮੇਸ਼ਰ ਨੂੰ ਮਹਿਮਾ ਉਹਦੀ ਵਡਿਆਈ ਕਰਨੀ ਆ। Finally and very briefly, ਔਰ ਫਿਰ ਅਖੀਰ ਤੇ ਬਹੁਤ one ਥੋੜ੍ਹਾ more ਸਾ- mark of a spiritually healthy Christian. ਇੱਕ ਹੋਰ ਨਿਸ਼ਾਨ ਜਿਹੜਾ ਤੰਦਰੁਸਤ ਮਸੀਹ ਦਾ That is that they have a right attitude to material things. ਕਿ ਉਹਨਾਂ ਦਾ ਜਿਹੜਾ ਇੱਕ ਸੁਭਾਅ ਹੁੰਦਾ ਆ ਜੋ ਦੁਨਿਆਵੀ ਚੀਜ਼ਾਂ ਹੈਗੀਆਂ ਉਹਨਾਂ ਦੇ ਵੱਲ ਕਿਸ ਤਰ੍ਹਾਂ ਹੁੰਦਾ ਹੈ They use their material belongings wisely. ਕਿ ਜੋ ਕੁਝ ਦੁਨੀਆ ਦੇ ਵਿੱਚ ਉਹਨਾਂ ਦੇ ਕੋਲ ਹੈਗਾ ਆ ਉਹ ਫਿਰ ਸਿਆਣਪ ਦੇ ਨਾਲ ਉਹਨਾਂ ਨੂੰ ਇਸਤੇਮਾਲ They don't ਕਰਦੇ live for them. ਉਹਨਾਂ ਦੇ ਵਾਸਤੇ ਉਹ ਨਹੀਂ ਜੀਂਦੇ 1 Timothy chapter 6 verse 7 and 8 says we brought nothing into the world and certainly will carry nothing out. ਔਰ ਪਹਿਲਾਂ ਥਮੋਥਿਉਸ ਕੀ ਦੇਖਦੇ ਆ ਕਿ ਕਹਿੰਦਾ ਕਿ ਅਸੀਂ ਇੱਥੇ ਦੁਨੀਆ ਦੇ ਵਿੱਚ ਖਾਲੀ ਆਏ ਆ ਤੇ ਅਸੀਂ ਇੱਥੋਂ ਦੁਨੀਆ 'ਚੋਂ ਕੁਝ ਨਹੀਂ ਲੈ ਕੇ ਜਾਣਾ A healthy Christian does not live for his car, his house, land, possession, position, power, money. ਔਰ ਜਿਹੜਾ ਇੱਕ ਤੰਦਰੁਸਤ ਮਸੀਹੀ ਇਨਸਾਨ ਆ ਉਹ ਫਿਰ ਆਪਣੀਆਂ ਗੱਡੀਆਂ ਮੋਟਰਾਂ ਜਾਂ ਜਿਹੜੇ ਪੈਸੇ ਧਨ ਦੌਲਤ ਜਾਂ ਜੋ ਕੁਝ ਦੁਨੀਆ 'ਚ ਜ਼ਿਆਦਾ ਬਣ ਉਹਨਾਂ ਵਾਸਤੇ ਨਹੀਂ ਜੀਂਦਾ ਹੁੰਦਾ If they have these things, if they're given them, they realize these are gifts from God and they use them wisely for God's glory. ਔਰ ਜੇ ਉਹਨਾਂ ਦੇ ਕੋਲ ਇਹ ਸਾਰਾ ਕੁਝ ਹੈਗਾ ਆ ਜੋ ਦੁਨੀਆ ਦਾ ਧਨ ਦੌਲਤ ਜਾਂ ਜੋ ਵੀ ਜਾਇਦਾਦ ਆ ਫਿਰ ਉਹ ਪਰਮੇਸ਼ਰ ਦੇ ਵਿੱਚ ਹੋ ਕੇ ਉਹਦਾ ਧੰਨਵਾਦ ਕਰਕੇ ਉਹਦੀ ਫਿਰ ਮਹਿਮਾ ਵਾਸਤੇ ਇਸਤੇਮਾਲ But ਕਰਦੇ they're not controlled by them. ਔਰ ਉਹਨਾਂ ਦੁਆਰਾ ਉਹ ਚਲਾਏ ਨਹੀਂ ਜਾਂਦੇ Let me ask you, ਅੱਜ ਸਵਾਲ ਪੁੱਛਿਆ ਜਾਂਦਾ have ਹੈ you passed a spiritual health check? ਕਿ ਕੀ ਤੁਸੀਂ ਹੁਣ ਜਦੋਂ ਇਹ ਸਾਰਾ ਕੁਝ ਦੇਖਿਆ ਸੁਣਿਆ ਜਿਹੜਾ ਆਤਮਿਕ ਤੌਰ ਤੇ ਜਿਹੜਾ ਸਾਡਾ ਜੀਵਨ ਆ ਉਹ 'ਚ ਅਸੀਂ ਪਾਸ ਹੋ ਗਏ ਹਾਂ? Have you passed the spiritual MOT? ਕਿ ਜੋ ਜਿਹੜਾ ਟੈਸਟ ਆ MOT ਦਾ ਆਤਮਿਕ ਤੌਰ ਤੇ ਹੋਇਆ ਉਹ ਸਾਡਾ ਪਾਸ ਹੋ ਗਿਆ Are we healthy Christians? ਕਿ ਕੀ ਅਸੀਂ ਸੱਚੀ ਮੁੱਚੀ ਆਤਮਿਕ ਤੌਰ ਤੇ ਤੰਦਰੁਸਤ ਹਾਂ Do we have a right relationship with God and maintain a right relationship with Him? ਕੀ ਸਾਡਾ ਸੱਚੀ ਮੁੱਚੀ ਪਰਮੇਸ਼ਰ ਦੇ ਨਾਲ ਰਿਸ਼ਤਾ ਹੈਗਾ ਆ ਕਿ ਅਸੀਂ ਉਹਨੂੰ ਸੰਭਾਲ ਕੇ ਰੱਖਦੇ ਹਾਂ Do we have a right relationship with people and maintain a right relationship with people? ਕਿ ਕੀ ਜਿਹੜਾ ਸਾਡਾ ਰਿਸ਼ਤਾ ਆ ਲੋਕਾਂ ਦੇ ਨਾਲ ਉਹਨਾਂ ਦੇ ਨਾਲ ਸਹੀ ਆ ਅਸੀਂ ਉਹਨੂੰ ਸੰਭਾਲਦੇ ਹਾਂ Do we have a right response to our trials and troubles? ਕਿ ਜਿਹੜੇ ਸਾਡੇ ਜੀਵਨ ਦੇ ਵਿੱਚ ਦੁੱਖ ਮੁਸੀਬਤਾਂ ਆਉਂਦੀਆਂ ਉਹਨਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਸਾਹਮਣਾ And ਕਰਦੇ ਹਾਂ finally, do we have a right attitude towards material things? ਔਰ ਅਖੀਰ ਦੇ ਵਿੱਚ ਕਿ ਜਿਹੜਾ ਸਾਡੇ ਕੋਲ ਦੁਨੀਆ ਦੇ ਵਿੱਚ ਕੋਈ ਮਾਲ ਧਨ ਹੋਵੇ ਉਹਦੇ ਵੱਲ ਸਾਡਾ ਕੀ ਰਵੱਈਆ Next time, we'll see how we can keep on being healthy Christians. ਔਰ ਅਗਲੀ ਵਾਰ ਫਿਰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਅਸੀਂ ਅੱਗੇ ਵਧਦੇ ਹੋਏ ਆਤਮਿਕ ਤੌਰ ਤੇ ਤੰਦਰੁਸਤ ਹੋ ਸਕਦੇ So ਹਾਂ that these marks of being a healthy Christian can be found in our lives. ਔਰ ਜਿਹੜੇ ਇਹ ਨਿਸ਼ਾਨ ਆ ਆਤਮਿਕ ਤੌਰ ਤੇ ਤੰਦਰੁਸਤ ਹੋਣ ਦੇ ਸਾਡੇ ਜੀਵਨਾਂ 'ਚ ਪਾਏ ਜਾਣ Amen. ਆਮੀਨ Okay, we'll close the meeting as we usually do with our final hymn, which will come up on the screen. ਔਰ ਜਿਸ ਤਰ੍ਹਾਂ ਅਸੀਂ ਰਲ ਕੇ ਗੀਤ ਗਾ ਕੇ ਜਿਹੜਾ ਅਖੀਰਲਾ ਬੰਦ ਕਰਦੇ ਹਨ ਮੀਟਿੰਗ ਸਕਰੀਨ ਤੇ ਆਊਗਾ ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹੋਵਾ ਦੀ ਕਰਦਾ ਸਾਂ ਇੰਤਜ਼ਾਰੀ ਕਦੋਂ ਉਸਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਹੀ ਸਾਇਆ ਹੋ ਜਾਏ ਉਹ ਖਤਰੇ ਦੇ ਟੋਹੇ ਦੇਖੋ ਬਿਆਹਾਂ ਚੋਂ ਮੈਨੂੰ ਕੱਢ ਕੇ ਲੈ ਆਇਆ ਬਾਹਰ ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਨੂੰ ਉਸਤਵਾਰੀ ਖੁਦਾ ਨੇ ਗੀਤ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਬਥੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰਾ ਬਹੁਤ ਸਾਰ
ਸਿਖਾ ਕੇ ਸੁਣੀ ਮੇਰੀ ਸਾਥੀਆ ਹੋ ਜਾਰੀ। Okay, let's turn to the Lord in prayer. ਆਓ ਅਸੀਂ ਪ੍ਰਾਰਥਨਾ ਚਾਹੀਏ। Father, we worship you this morning. ਪਿਤਾ ਜੀ ਅੱਜ ਸਵੇਰ ਤੁਹਾਡੀ ਉਪਾਸਨਾ ਕਰਦੇ ਹਾਂ That, Lord, you have given us all that we need to be healthy Christians. ਔਰ ਪਿਤਾ ਤੁਸੀਂ ਸਾਰੇ ਕਾਸੇ ਦਾ ਇੰਤਜ਼ਾਮ ਕੀਤਾ ਆ ਕਿ ਅਸੀਂ ਤੰਦਰੁਸਤ ਜਿਹੜਾ ਆਤਮਤਾ ਤੇ ਹੋਈਏ। You have given us all things that pertain to life and godliness. ਔਰ ਭਾਜੀ ਸਾਨੂੰ ਤੁਸੀਂ ਉਹ ਸਾਰਾ ਕੁਝ ਦਿੱਤਾ ਹੈ ਜੋ ਸਾਡਾ ਜਿਹੜਾ ਜੀਵਨ ਹੈ ਜਿਹੜਾ ਆਤਮਿਕ ਤੌਰ ਤੇ ਅੱਛਾ ਹੋ And God, where we have fallen short and failed ਔਰ ਪਿਤਾ ਜੀ ਜਿੱਥੇ ਅਸੀਂ ਡਿੱਗ ਪਏ ਹਾਂ ਹਾਰ ਗਏ ਹਾਂ to be healthy Christians, ਔਰ ਜਿੱਥੇ ਸਾਨੂੰ ਤੰਦਰੁਸਤ ਆਤਮਿਕ ਤੌਰ ਤੇ ਹੋਣਾ ਚਾਹੀਦਾ ਹੈ help us, God, to work on these areas. ਔਰ ਭਾਜੀ ਸਾਡੀ ਤੁਸੀਂ ਮਦਦ ਕਰੋ ਕਿ ਇਹਨਾਂ ਗੱਲਾਂ 'ਚ ਅਸੀਂ ਸਾਡੀ ਅੱਗੇ ਵੱਧ ਸਕੀਏ So that, Lord, we may be fit for your service. ਔਰ ਭਾਜੀ ਅਸੀਂ ਤੁਹਾਡੀ ਸੇਵਾ ਦੇ ਵਾਸਤੇ ਤੰਦਰੁਸਤ ਹੋਈਏ। Lord, help us ਸਾਡੀ ਭਾਜੀ ਤੁਸੀਂ ਮਦਦ to ਕਰੋ be Christ-like in our character. ਕਿ ਅਸੀਂ ਮਸੀਹ ਦੇ ਵਰਗੇ ਸਾਡੇ ਸੁਭਾਅ ਹੋਣ Lord, to love you with all our heart, soul, mind and strength. ਔਰ ਭਾਜੀ ਸੱਚਮੁੱਚ ਅਸੀਂ ਆਪਣੇ ਦਿਲ ਮਨ ਔਰ ਦਿਲ ਦਿਮਾਗ ਨਾਲ ਤੈਨੂੰ ਪਿਆਰ ਕਰਨ ਵਾਲੇ To ਹੋਈਏ love people. ਔਰ ਲੋਕਾਂ ਨੂੰ ਅਸੀਂ ਪਿਆਰ ਕਰਨ ਵਾਲੇ ਹੋਈਏ To have a right attitude towards trials when they come. ਔਰ ਸਾਡਾ ਜਿਹੜਾ ਦਿਲ ਮਨ ਠੀਕ ਹੋਣ ਜਦੋਂ ਕੋਈ ਦੁੱਖ ਮੁਸੀਬਤਾਂ ਆਉਣ To rejoice in our tribulations. ਔਰ ਜਿਹੜੇ ਸਾਡੇ ਆਉਣ ਵੀ ਦੁੱਖ ਮੁਸੀਬਤਾਂ ਉਹਨਾਂ 'ਚ ਅਸੀਂ ਖੁਸ਼ ਵੀ ਰਹਿ And ਸਕੀਏ Lord, to have a right attitude towards the wealth or material things we may have. ਔਰ ਭਾਜੀ ਜੋ ਸਾਨੂੰ ਦੁਨਿਆਵੀ ਤੁਸੀਂ ਬਰਕਤਾਂ ਦਿੰਦੇ ਆ ਉਹਨਾਂ ਦੇ ਵਿੱਚ ਵੀ ਸਾਡਾ ਸਹੀ ਸੁਭਾਅ ਹੋਵੇ We pray these things in Jesus' ਇਹ name. ਸਾਰਾ ਕੁਝ ਮੰਗਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ Amen. ਆਮੀਨ। Thank you for listening to this message. For further information, visit www.emmanuelhansworth.org.uk.